ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ। ਮੈਂ ਤੁਹਾਡੀ ਹੋਸਟ ਆਸ਼ਮਿਤਾ, ਸਾਰਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਅੱਜ ਮੈਂ ਥੋੜਾ ਜਿਹਾ ਵੱਖਰਾ ਤੁਹਾਡੇ ਨਾਲ ਵੱਖਰੇ ਤਰ੍ਹਾਂ ਦਾ ਟੌਪਿਕ ਲੈ ਕੇ ਆਈ ਹਾਂ। ਇਟ ਇਜ਼ ਕਰੰਟ ਇਵੈਂਟਸ ਨਿਊਜ਼ ਰਿਲੇਟਡ, ਬਹੁਤ ਵੱਡੇ ਲੈਵਲ ਤੇ ਪੂਰੀ ਦੁਨੀਆ ਦੇ ਵਿੱਚ ਇਨ ਟੌਪਿਕਸ ਨੂੰ ਡਿਸਕਸ ਕੀਤਾ ਜਾ ਰਿਹਾ ਹੈ। ਐਂਡ ਜਿੱਥੇ ਪੋਲੀਟਿਕਸ ਦੀ ਗੱਲ ਆਉਂਦੀ ਹੈ, ਜੀਓ ਪੋਲੀਟਿਕਸ ਦੀ ਗੱਲ ਆਉਂਦੀ ਹੈ, ਅਕਸਰ ਅੱਜ ਕੱਲ੍ਹ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਟੈਕਨੋਲੋਜੀ ਦਾ ਕਿੰਨਾ ਕੁ ਇੰਪੈਕਟ, ਕਿੰਨਾ ਕੁ ਇਨਫਲੂਐਂਸ ਜੀਓ ਪੋਲੀਟਿਕਸ 'ਤੇ ਵੇਖਣ ਨੂੰ ਮਿਲਿਆ। ਸੋ ਅੱਜ ਆਪਾਂ ਥੋੜ੍ਹੀ ਜਿਹੀ ਟੈਕਨੋਲੋਜੀ ਰਿਲੇਟਿਡ ਗੱਲਾਂ ਤੁਹਾਡੇ ਨਾਲ ਕਰਾਂਗੇ। ਜਿੱਥੇ ਟੈਕਨੋਲੋਜੀ ਦੀ ਗੱਲ ਆਉਂਦੀ ਹੈ, ਬਹੁਤ ਵੱਡੀ ਮੈਂ ਕਹਾਂਗੀ ਜੋ ਰੀਸੈਂਟ ਅੱਜ ਦੀ ਡੇਟ ਦੀ ਖਬਰ ਹੈਗੀ, ਐਮਾਜ਼ੋਨ ਦੇ ਫਾਊਂਡਰ CEO ਕਰਤੇ ਧਰਤੇ ਜੈਫ ਬੇਜ਼ੋਸ ਨੇ ਅੱਜ ਇੱਕ ਸਿਵਿਲੀਅਨ ਤੌਰ 'ਤੇ ਸਪੇਸ ਦੀ ਫਲਾਈਟ ਸਕਸੈਸਫੁਲੀ ਕੀਤੀ। ਉਹਨਾਂ ਦਾ ਆਪ ਦਾ ਰੌਕਟ ਜੋ ਉਹਨਾਂ ਨੇ ਬਣਾਇਆ ਐਜ਼ ਪਾਰਟ ਆਫ देयर ਪ੍ਰਾਈਵੇਟ ਕੰਪਨੀ ਫਾਈਨਲੀ ਰੀਚਡ ਸਪੇਸ। ਉਹਨਾਂ ਦੀ ਸਪੇਸ ਫਲਾਈਟ ਛੋਟੀ ਸੀਗੀ, 15 ਮਿੰਟ ਉਹਨਾਂ ਨੇ ਸਪੇਸ ਦੇ ਵਿੱਚ ਸਪੈਂਡ ਕੀਤੇ। ਹੀ ਲਾਂਚਡ ਔਰਬਿਟ ਵਿੱਚ ਪਹੁੰਚ ਕੇ ਦੈਨ ਦ ਰੌਕਟ reached back to earth। ਇਹ ਤੁਸੀਂ ਪਿਕਚਰ ਵੇਖ ਸਕਦੇ ਹੋ। ਜੈਫ ਬੇਜ਼ੋਸ once again ਐਮਾਜ਼ਨ ਦੇ ਫਾਊਂਡਰ ਅੱਜ ਇੱਕ ਸਿਵਿਲੀਅਨ ਤੌਰ 'ਤੇ ਸਪੇਸ ਦੀ ਫਲਾਈਟ ਸਕਸੈਸਫੁਲੀ ਕਰ ਚੁੱਕੇ ਹੈ। ਦਿਸ ਇਜ਼ ਵੈਰੀ ਇੰਟਰਸਟਿੰਗ ਬਿਕਾਜ਼ ਕਦੀ ਇੱਕ ਟਾਈਮ ਸੀਗਾ ਇਨ ਦ 1960s ਐਂਡ ਆਨ ਕਿ ਸਪੇਸ ਰੇਸ, ਜਿਸ ਤਰ੍ਹਾਂ ਕਾਫੀ ਪੋਪੂਲਰ ਇਹ ਟਰਮ ਹੈਗੀ ਸਪੇਸ ਰੇਸ, ਕਿ ਸਪੇਸ ਦੇ ਵਿੱਚ ਪਹਿਲੇ ਕੌਣ ਪਹੁੰਚੂਗਾ, ਮੁਲਕਾਂ ਦੇ ਵਿੱਚ ਹੁੰਦੀ ਸੀ। ਰਸ਼ੀਆ, ਯੂਨਾਈਟਿਡ ਸਟੇਟਸ, ਇਹਨਾਂ ਦੀ ਦੋਨਾਂ ਦੀ ਬਹੁਤ ਵੱਡੇ ਲੈਵਲ 'ਤੇ ਉਸ ਦੌਰਾਨ ਸਪੇਸ ਦਾ ਕੰਪੀਟੀਸ਼ਨ ਸੀਗਾ ਕਿ ਕੌਣ ਸਪੇਸ ਵਿੱਚ ਪਹਿਲੇ ਪਹੁੰਚੂਗਾ। ਬਟ ਇਟਸ ਸੋ ਇੰਟਰਸਟਿੰਗ ਕਿ ਕਿਸ ਤਰ੍ਹਾਂ ਸਾਡੀ ਸੁਸਾਇਟੀ ਦਾ ਜੋ ਪਾਵਰ ਸੈਂਟਰ ਹੈਗਾ ਉਹ ਸ਼ਿਫਟ ਹੋਇਆ ਹੈ ਇਨ ਕੁਛ ਡੈਕੇਡਸ ਦੇ ਵਿੱਚ, ਕਿ ਜਿੱਥੇ ਇੱਕ ਟਾਈਮ ਸੀਗਾ ਕਿ ਸਪੇਸ ਰੇਸ ਮੁਲਕਾਂ ਦੇ ਵਿੱਚ ਹੁੰਦੀ ਸੀ, ਅੱਜ ਇਹ ਸਪੇਸ ਰੇਸ ਟੈਕਨੋਲੋਜੀ ਬਿਲੀਅਨੇਅਰਸ ਦੇ ਵਿੱਚ ਹੋ ਰਹੀ ਹੈ। ਐਂਡ ਆਈ ਸੇ ਦੈਟ ਬਿਕਾਜ਼ ਜੈਫ ਬੇਜ਼ੋਸ ਭਾਵੇਂ ਬਹੁਤ ਵੱਡੇ ਲੈਵਲ 'ਤੇ ਇਹ ਅੱਜ ਖਬਰ ਬਣੀ, ਹੀ ਵਾਜ਼ ਨਾਟ ਦ ਫਰਸਟ billionaire, technology billionaire to go to space। ਉਹ ਵੀ recently ਰਿਚਰਡ ਬ੍ਰੈਂਸਨ ਜੋ ਕਿ Virgin Atlantic ਦੇ ਫਾਊਂਡਰ ਹੈਗੇ, Virgin Airplanes ਜ਼ਰੂਰ ਤੁਸੀਂ ਸੁਣੇ ਹੋਣੇ, ਉਹਨਾਂ ਦੇ ਹੋਰ ਵੱਖ-ਵੱਖ ਬਿਜ਼ਨਸਿਸ ਚੱਲਦੇ ਆ। Virgin ਉਹਨਾਂ ਦੀ ਬ੍ਰੌਡਕਾਸਟਿੰਗ ਕੰਪਨੀਜ਼ ਵੀ ਚੱਲਦੀ, ਉਹਨਾਂ ਦਾ ਨੈਟਵਰਕ, ਸੈਲੂਲਰ ਨੈਟਵਰਕ ਵੀ ਚੱਲਦਾ। ਸੋ ਦੇ ਹੈਵ ਅ ਹੋਲ ਬੰਚ ਆਫ ਟੈਕਨੋਲੋਜੀ ਆਰਮਸ। ਉਹਨਾਂ ਦੇ CEO ਰਿਚਰਡ ਬ੍ਰੈਂਸਨ ਰੀਸੈਂਟਲੀ ਸਪੇਸ ਦੀ ਫਲਾਈਟ ਉਹਨਾਂ ਨੇ ਕੀਤੀ। ਐਂਡ ਆਫ ਕੋਰਸ ਨੈਕਸਟ ਇਨ ਲਾਈਨ ਜੋ ਆਪ ਦੀ ਤਿਆਰੀ ਕਰ ਰਹੇ ਈਲਨ ਮਸਕ, ਟੈਸਲਾ ਦੇ ਫਾਊਂਡਰ। ਸੋ ਵਨਸ ਅਗੇਨ ਜਦੋਂ ਅੱਜ ਸਾਡੀ ਸੁਸਾਇਟੀ ਦੀ ਗੱਲ ਹੁੰਦੀ ਹੈ, ਕਿਹਨਾਂ ਦੇ ਕੋਲ ਸਭ ਤੋਂ ਜ਼ਿਆਦਾ ਪਾਵਰ ਹੈਗੀ? ਕਿ ਗਵਰਨਮੈਂਟਸ ਦੇ ਕੋਲ ਸਭ ਤੋਂ ਜ਼ਿਆਦਾ ਪਾਵਰ ਹੈ? ਅਗਰ ਤੁਸੀਂ ਸਪੇਸ ਰੇਸ ਨੂੰ ਵੇਖ ਕੇ ਚੱਲੋ ਤਾਂ ਲੱਗਦਾ ਤਾਂ ਨਹੀਂ ਹੈਗਾ। ਇਟਸ ਦੀਸ ਟੈਕਨੋਲੋਜੀ ਬਿਲੀਅਨੇਅਰਸ। ਐਂਡ ਜਿੱਥੇ ਟੈਕਨੋਲੋਜੀ ਦੀ ਗੱਲ ਆਉਂਦੀ ਹੈ, ਇੱਕ ਹੋਰ ਕਿਸਮ ਦੀ ਰੇਸ ਅੱਜ ਪਲੇ ਆਊਟ ਹੋ ਰਹੀ ਹੈ, ਜਿੱਥੇ ਟੈਕਨੋਲੋਜੀ ਨੂੰ ਕਿਸ ਤਰ੍ਹਾਂ ਸਰਕਾਰ ਯੂਜ਼ ਕਰਦੀ ਹੈ, ਨਾ ਕਿ ਸਿਰਫ ਇੰਟਰਨਲੀ ਆਪ ਦੇ ਡੋਮੈਸਟਿਕ ਇਸ਼ੂਜ਼ ਲਈ, ਬਟ ਐਕਸਟਰਨਲੀ ਇੱਕ ਕਿਸਮ ਦਾ ਵਾਰਫੇਅਰ ਟੈਕਨੋਲੋਜੀ ਬਣ ਚੁੱਕਿਆ ਹੈ। ਯੂ ਸੌ ਦਿਸ ਪਲੇ ਆਊਟ ਯੂਨਾਈਟਿਡ ਸਟੇਟਸ ਦਾ ਜਦੋਂ 2020 ਦਾ ਇਲੈਕਸ਼ਨ ਹੋਇਆ, ਬਹੁਤ ਜ਼ਿਆਦਾ ਹੈਕਿੰਗ ਦੀ, ਰਸ਼ੀਅਨ ਹੈਕਿੰਗ, ਚਾਈਨੀਜ਼ ਹੈਕਿੰਗ, ਵੋਟਿੰਗ ਜੋ ਮਸ਼ੀਨਸ ਹੈਗੀ ਉਹਨਾਂ ਦੀ ਹੈਕਿੰਗ, ਸਿਸਟਮ ਦੀ ਹੈਕਿੰਗ, ਡੈਮੋਕ੍ਰੈਟਿਕ ਪਾਰਟੀ ਦੀ ਹੈਕਿੰਗ, ਇਹ ਸਾਰੀ ਚੀਜ਼ਾਂ ਕਾਫੀ ਕਾਮਨ ਨਿਊਜ਼ ਬਣ ਚੁੱਕੀਆਂ ਸੀ। ਬਟ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਸਟੋਰੀ ਦੀ ਗੱਲ ਕਰਨਾ ਚਾਹੁੰਦੀ। ਕੱਲ੍ਹ ਮਾੜੀ ਜਿਹੀ ਇਹਦੀ ਹੈਡਲਾਈਨਸ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ। ਪੈਗਾਸਸ ਲੀਕ। ਪੈਗਾਸਸ ਇੱਕ ਇਹੋ ਜਿਹਾ ਸੌਫਟਵੇਅਰ ਜੋ ਇਜ਼ਰਾਈਲੀ ਐਂਟਿਟੀ NSO ਨੇ ਬਣਾਇਆ ਤੇ ਵੇਚਿਆ ਐਸੈਂਸ਼ੀਅਲੀ। ਉਹਦੀ ਨਿਊਜ਼ ਨਿਕਲੀ ਹੈ ਕਿ ਇੰਡੀਆ ਦੀ ਸਰਕਾਰ ਨੇ ਵੀ ਇਸ ਸੌਫਟਵੇਅਰ, ਇਸ ਟੈਕਨੋਲੋਜੀ ਨੂੰ ਅਪਣਾਇਆ, ਇਹਨੂੰ ਅਲੈਜਡਲੀ ਖਰੀਦਿਆ ਤੇ ਯੂਜ਼ ਕੀਤਾ। ਇਨਫੈਕਟ ਬਹੁਤ ਜ਼ਿਆਦਾ ਮੀਡੀਆ ਆਊਟਲੈਟਸ ਨੇ ਰਲ ਕੇ ਇਸ ਸਟੋਰੀ ਨੂੰ ਕਵਰ ਕੀਤਾ ਕਿ ਕਿਸ ਤਰ੍ਹਾਂ
ਇੰਡੀਆ ਦੀ ਗਵਰਨਮੈਂਟ ਨੇ ਇਹ ਸੌਫਟਵੇਅਰ ਲੈ ਕੇ ਨਾ ਕਿ ਸਿਰਫ ਜਰਨਲਿਸਟ, ਨਾ ਕਿ ਸਿਰਫ ਉਹ ਜੋ ਸਰਕਾਰ ਦੇ ਵਿਰੋਧ ਜਾਂ ਮੋਦੀ ਸਰਕਾਰ ਦੇ ਵਿਰੋਧ ਵਿੱਚ ਬੋਲਦੇ ਆ ਉਹਨਾਂ ਦੇ ਫੋਨਸ ਨੂੰ ਹੈਕ ਕੀਤਾ, ਉਹਨਾਂ ਦੇ ਫੋਨਸ ਨੂੰ ਟੈਪ ਕੀਤਾ, ਬਟ ਆਈ ਮੀਨ ਇਟ ਵਾਸ ਵਾਈਡ ਸਪਰੈਡ। 1000 ਤੋਂ ਵੱਧ ਅਲੈਜਡ ਲੋਕੀ ਹੈਗੇ ਜਿਨ੍ਹਾਂ ਦੇ ਫੋਨ ਹੈਕ ਹੋਏ ਹੈ, ਟੈਪ ਹੋਏ ਇਸ ਸੌਫਟਵੇਅਰ ਰਾਹੀਂ। ਤੇ ਇਹ ਵੀ ਕਹਿਣਾ ਹੈ ਲੋਕਾਂ ਦਾ ਕਿ ਸਰਕਾਰ ਨੇ ਇਜ਼ਰਾਈਲ ਤੋਂ ਖਰੀਦੀ ਸੀ ਇਹ ਸੌਫਟਵੇਅਰ ਜਦੋਂ ਲਾਸਟ ਟਾਈਮ ਪ੍ਰਾਈਮ ਮਿਨਿਸਟਰ ਮੋਦੀ ਇਜ਼ਰਾਈਲ ਦੇ ਟ੍ਰਿਪ ਤੇ ਗਏ ਸੀ, ਦੈਟ ਉਸ ਟਾਈਮ ਤੋਂ ਲਗਾਤਾਰ ਇਹ ਸੌਫਟਵੇਅਰ ਦਾ ਐਕਸੈਸ ਸਰਕਾਰ ਕੋਲ ਹੈਗਾ। ਸੋ ਇਨ ਚੀਜ਼ਾਂ ਦੀ ਗੱਲ ਕਰਾਂਗੇ ਬਿਕੋਜ਼ ਇਹਦੇ ਵਿੱਚ ਜੋ ਹੈਡਲਾਈਨਸ ਸਭ ਤੋਂ ਜ਼ਿਆਦਾ ਹਲਚਲ ਕ੍ਰੀਏਟ ਕਰੀ ਹੈ, ਡਿਸਟਰਬੈਂਸ ਕ੍ਰੀਏਟ ਕਰੀ ਹੈ ਸਰਕਾਰ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਨਿਊ ਦਿੱਲੀ ਦੇ ਵਿੱਚ, ਉਹ ਇਹੀ ਹੈਗੀ ਕਿ ਇਸ ਹੈਕਿੰਗ ਦੇ ਵਿੱਚ, ਇਸ ਲਿਸਟ ਦੇ ਵਿੱਚ ਜੋ ਪੈਗਾਸਸ ਸੌਫਟਵੇਅਰ ਦੀ ਇਹ ਸਟੋਰੀ ਬ੍ਰੇਕ ਹੋਈ ਹੈ ਉਹਦੇ ਵਿੱਚ ਰਾਹੁਲ ਗਾਂਧੀ ਵੀ ਸੀਗੇ, ਉਹਨਾਂ ਦਾ ਵੀ ਫੋਨ ਟੈਪ ਹੋਇਆ। ਉਹਦੇ ਵਿੱਚ ਸਰਕਾਰ ਦੇ ਆਪ ਦੇ ਕੁਝ ਮਿਨਿਸਟਰ ਸੀਗੇ ਇਨਕਲੂਡਿੰਗ देयर ਓਨ ਟੈਕਨੋਲੋਜੀ ਮਿਨਿਸਟਰ, ਜਿਨ੍ਹਾਂ ਨੇ ਕਿਹਾ ਕਿ ਨਹੀਂ ਇਹ ਬਿਲਕੁਲ ਇਹ ਸਾਫ਼ ਗਲਤ ਖਬਰ ਹੈਗੀ, ਇਹ ਹੋ ਹੀ ਨਹੀਂ ਸਕਦਾ, ਇੰਡੀਆ ਦੀ ਬਹੁਤ ਚੈਕਸ ਐਂਡ ਬੈਲੈਂਸਿਸ ਹੈਗੇ ਸਿਸਟਮ ਦੇ ਵਿੱਚ। ਬਟ ਯੂ ਨੋ ਇਟ ਡਿਡਨਟ ਸਟਾਪ देयर। It wasn't just journalist ਜੋ ਵਿਰੋਧ ਵਿੱਚ ਸੀਗੇ, it wasn't just opposition party, ਉਹ ਤਾਂ ਚਲੋ ਹੈਗੇ ਤੁਹਾਡੇ opposition ਦੇ, ਉਹਨਾਂ ਤੇ ਤੁਸੀਂ ਨਜ਼ਰ ਰੱਖਣੀ ਹੁੰਦੀ ਹੈ, but it was people, you know, that were victims of crimes, right? एक lady ਸੀਗੀ ਜਿਨ੍ਹਾਂ ਨੇ ਚੀਫ ਜਸਟਿਸ ਰੰਜਨ ਗੋਗੋਈ, ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ ਨੂੰ ਅਕਿਊਜ਼ ਕੀਤਾ ਸੈਕਸ਼ੂਅਲ ਹਰਾਸਮੈਂਟ ਤੇ ਇਹੋ ਜਿਹੇ ਕੰਮਾਂ ਦੇ ਲਈ। ਐਂਡ ਜਦੋਂ ਉਹਨਾਂ ਦੀ ਐਕਿਊਜ਼ੇਸ਼ਨ ਕੀਤੀ ਗਈ ਚੀਫ ਜਸਟਿਸ ਦੇ ਖਿਲਾਫ, ਉਹਨਾਂ ਦਾ ਵੀ ਫੋਨ ਉਸ ਦਿਨ ਤੋਂ, ਨਿਊਜ਼ ਰਿਪੋਰਟਸ ਦੱਸਦੀਆਂ, ਉਸ ਦਿਨ ਤੋਂ ਉਹਨਾਂ ਦਾ ਤੇ ਉਹਨਾਂ ਦੀ ਪੂਰੇ ਪਰਿਵਾਰ ਦਾ ਫੋਨ ਹੈਕ ਤੇ ਟੈਪ ਕੀਤਾ ਗਿਆ ਸੀ। ਸੋ there is a lot to discuss here, ਖਾਸ ਕਰਕੇ ਕਿ ਇੰਡੀਆ ਦੇ ਵਿੱਚ ਇਹ ਸਟੋਰੀ ਕਿਸ ਤਰ੍ਹਾਂ ਪਲੇ ਆਊਟ ਹੋ ਰਹੀ ਹੈ ਬਿਕੋਜ਼ ਯੂ ਨੋ ਇਸ ਸਾਈਡ ਤੇ ਇੱਕ NRI ਹੋਣ ਦੇ ਨਾਤੇ ਸਾਡਾ ਨਜ਼ਰੀਆ ਹੁਣ ਥੋੜ੍ਹਾ ਜਿਹਾ ਚੇਂਜ ਹੋ ਗਿਆ ਹੈ, ਯੂ ਨੋ, ਬਟ ਇੰਡੀਆ ਦੇ ਵਿੱਚ ਇਹ ਬਹੁਤ ਵੱਡੇ ਲੈਵਲ ਤੇ ਪਲੇ ਆਊਟ ਹੋ ਰਹੀ ਹੈ, ਸਰਕਾਰ ਦੇ ਵਿੱਚ, ਆਮ ਆਦਮੀ ਲਈ, ਖਾਸ ਕਰਕੇ ਪੱਤਰਕਾਰਾਂ ਲਈ। ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਕ ਵਾਰੀ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਸਾਡੇ ਅੱਜ ਸ਼ਾਮ ਦੇ ਗੈਸਟ ਸਾਨੂੰ ਇੰਡੀਆ ਤੋਂ ਜੁਆਇਨ ਕਰ ਰਹੇ ਮੰਨੇ ਪਰਮੰਨੇ ਪੱਤਰਕਾਰ ਰਾਕੇਸ਼ ਸ਼ਾਂਤੀ ਦੂਜੀ। ਇੱਕ ਵਾਰੀ ਫਿਰ ਰਾਕੇਸ਼ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਇਟਸ ਗੁੱਡ ਟੂ ਹੈਵ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। So good to have you, Rakesh ji. I'm so glad ਕਿ ਤੁਸੀਂ ਸਾਡੇ ਨਾਲ ਇੱਕ ਵਾਰੀ ਫਿਰ ਜੁੜ ਸਕਦੇ ਹੋ, ਖਾਸ ਕਰਕੇ ਇਸ ਸਟੋਰੀ ਲਈ, ਰਾਈਟ? ਬਿਕੋਜ਼ ਪੱਤਰਕਾਰਾਂ ਦਾ ਇੱਕ ਬਹੁਤ ਵੱਡਾ ਰੋਲ ਇਸ ਪੂਰੀ ਸਟੋਰੀ ਦੇ ਵਿੱਚ ਰਿਹਾ ਅਨਫੋਰਚੂਨੇਟਲੀ ਦੋਨੋਂ ਸਾਈਡਸ ਤੋਂ, ਰਾਈਟ? ਉਹ ਵਿਕਟਮ ਵੀ ਰਹੇ ਬਟ ਜਿਸ ਤਰ੍ਹਾਂ ਦੀ ਜਰਨਲਿਜ਼ਮ, ਕੋਲੈਬੋਰੇਟਿਵ ਜਰਨਲਿਜ਼ਮ ਕਰਕੇ ਸਟੋਰੀ ਬ੍ਰੇਕ ਹੋਈ ਉਹਦੇ ਬਾਰੇ ਵੀ ਥੋੜੀ ਜਿਹੀ ਆਪਾਂ ਗੱਲ ਕਰਾਂਗੇ। ਬਟ ਸਭ ਤੋਂ ਪਹਿਲੇ ਰਾਕੇਸ਼ ਜੀ, ਵੈਲਕਮ ਟੂ ਦ ਸ਼ੋ। ਇਸ ਵੇਲੇ ਇੰਡੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਇਸ ਸਟੋਰੀ ਨੂੰ ਲੈ ਕੇ? ਦੇਖੋ ਸ਼ਮਿਤਾ, ਇਹ ਜਿਹੜੀ ਗੱਲ ਸਾਹਮਣੇ ਆਈ ਹੈ, ਇਹ ਜਦੋਂ ਵਿਅਕਤੀ ਦੇ ਜਿਹੜਾ ਬੋਲਣ ਦਾ, ਐਕਸਪ੍ਰੈਸ਼ਨ ਦਾ ਜਿਹੜਾ ਰਾਈਟ ਟੂ ਐਕਸਪ੍ਰੈਸ਼ਨ, ਜਿਹੜਾ ਫੰਡਾਮੈਂਟਲ ਰਾਈਟ ਹੈ, ਉਹਨੂੰ ਲੈ ਕੇ ਇੱਕ ਬਹੁਤ ਵੱਡੀ ਇੱਕ ਘਟਨਾ ਹੈ। ਔਰ ਇਹਦਾ ਜਿਹੜਾ ਸਿੱਧੇ ਤੌਰ ਦੇ ਉੱਤੇ ਜਿਹੜਾ ਪ੍ਰਭਾਵ ਆਉਣਾ ਸੀ ਉਹ ਆਇਆ ਔਰ ਲਗਾਤਾਰ 2 ਦਿਨ ਤੋਂ ਇਹ ਗੱਲ ਜਿਹੜੀ ਹੈ ਲੋਕ ਸਭਾ ਦੇ ਵਿੱਚ ਜਿਹੜੀ ਹੈ ਉਹ ਚੁੱਕੀ ਜਾ ਰਹੀ ਹੈ। ਔਰ ਇਸ ਤਰ੍ਹਾਂ ਦਾ ਹੈਗਾ ਕਿ ਪਹਿਲਾਂ ਇਹ ਸਾਡੇ ਜਦੋਂ ਇਹ ਲੋਕ ਸਭਾ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣਾ ਸੀ, 2 ਦਿਨ ਪਹਿਲਾਂ ਸ਼ੁਰੂ ਹੋਇਆ, ਜਿਹੜਾ ਇਹ ਸੋਚਿਆ ਜਾ ਰਿਹਾ ਸੀ ਕਿ ਜਿਹੜਾ ਕਿਸਾਨਾਂ ਦਾ ਇਸ਼ੂ ਹੈ ਉਹਦੇ ਉੱਤੇ ਹੀ ਜ਼ਿਆਦਾ ਫੋਕਸ ਹੋਏਗਾ, ਪਰ ਇਹ ਯਕਦਮ ਇਹ 1 ਦਿਨ ਪਹਿਲਾਂ ਖਬਰ ਆਉਣ ਦੇ ਨਾਲ ਇਹ ਪਹਿਲਾ ਧਿਆਨ ਉੱਥੇ ਡਾਇਵਰਟ ਹੋ ਗਿਆ। ਔਰ ਇਸ ਵੇਲੇ ਜਿਹੜੀ ਟੋਟਲ ਆਪੋਜੀਸ਼ਨ ਹੈਗੀ ਹੈ ਉਹਨੇ ਲਗਾਤਾਰ ਇਹਦੀ ਜਿਹੜੀ ਹੈ JPC ਤੋਂ, ਜੁਆਇੰਟ ਪਾਰਲੀਮੈਂਟਰੀ ਕਮੇਟੀ ਤੋਂ ਮੰਗ ਜਿਹੜੀ ਹੈ ਉਹਦੀ ਇਨਕੁਆਇਰੀ ਕਰਾਉਣ ਦੀ ਜਿਹੜੀ ਮੰਗ ਹੈ ਸਪੀਕਰ ਨੂੰ ਕੀਤੀ ਹੈ ਕਿ ਇਸ ਕੇਸ ਦੀ ਇਨਕੁਆਇਰੀ ਕੀਤੀ ਜਾਵੇ। ਦੂਸਰੇ ਪਾਸੇ ਜਿਹੜਾ ਬੰਗਾਲ ਦੇ ਵਿੱਚ ਜਿਹੜੀ ਤ੍ਰਿਣਮੂਲ ਕਾਂਗਰਸ ਹੈ, ਜਿਹੜੀ ਇਸ ਵੇਲੇ ਰੂਲਿੰਗ ਪਾਰਟੀ ਹੈ, ਪਿੱਛੇ ਤੁਸੀਂ ਸੁਣਿਆ ਹੋਏਗਾ ਕਿ ਜਦੋਂ ਬੰਗਾਲ ਦਾ ਚੋਣ ਹੋਇਆ ਉਦੋਂ ਵੀ ਜਿਹੜੀ BJP ਜਿਹੜੀ ਕਿ ਇਸ ਵੇਲੇ ਦੇਸ਼ ਨੂੰ ਲੀਡ ਕਰ ਰਹੀ ਹੈ ਗਵਰਨਮੈਂਟ ਦੇ ਰੂਪ 'ਚ, ਔਰ ਉੱਥੇ ਤ੍ਰਿਣਮੂਲ ਦੇ ਨਾਲ ਜਿਸ ਕਿਸਮ ਦਾ ਵੱਡਾ ਸੰਘਰਸ਼ ਜਿਹੜਾ ਰਾਜਨੀਤਿਕ ਜਿਹੜਾ ਚੁਣਾਵੀ ਸੰਘਰਸ਼ ਕਹਿ ਲਓ ਹੋਇਆ, ਉਹਦੇ ਵਿੱਚ ਮਮਤਾ ਬੈਨਰਜੀ ਦੇ ਬ੍ਰਦਰ ਦਾ ਵੀ ਜਿਹੜਾ ਨਾਮ ਹੈ, ਕਜ਼ਨ ਬ੍ਰਦਰ ਦਾ, ਇਸ ਸੂਚੀ ਦੇ ਵਿੱਚ ਹੈਗਾ ਜਿਨ੍ਹਾਂ ਨੂੰ ਟੈਪ ਕੀਤਾ ਗਿਆ ਹੈਗਾ। ਤਾਂ ਉਹ ਤ੍ਰਿਣਮੂਲ ਦੇ ਲੋਕਾਂ ਨੇ ਵੀ ਉੱਥੇ ਸੜਕਾਂ ਤੇ ਉਤਰ ਕੇ ਵੀ ਜਿਹੜਾ ਰੌਲਾ ਪਾਇਆ। ਸੋ ਅੱਜ ਅਗਰ ਆਪਾਂ ਗੱਲ ਕਰੀਏ ਕਿ ਹਿੰਦੁਸਤਾਨ ਦੀ ਜਿਹੜੀ ਹੈ, ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਖਬਰ ਅੱਜ ਹੈ,
ਔਰ ਜਿਹਨੂੰ ਲੈ ਕੇ ਬਹੁਤ ਵੱਡਾ ਰੌਲਾ ਖੜਾ ਹੋਇਆ ਹੈ, ਉਹ ਅੱਜ ਪੂਰਾ ਦਿਨ ਇਸ ਚੀਜ਼ ਨੂੰ ਲੈ ਕੇ ਇਹ ਜਿਹੜਾ ਵਿਸ਼ੇ ਕਹਿ ਸਕਦੇ ਆਪਾਂ, ਮੁੱਦਾ ਜਿਹੜਾ ਇਹ ਮਗਿਆ ਰਿਹਾ ਹੈ। ਔਰ ਲੋਕ ਲਗਾਤਾਰ ਮੰਗ ਕਰ ਰਹੇ ਆ ਕਿ ਇਸ ਫੰਡਾਮੈਂਟਲ ਰਾਈਟ ਦੀ ਜਿਹੜੀ ਵਾਇਲੇਸ਼ਨ ਕੀਤੀ ਹੈ, ਸਿੱਧੇ ਤੌਰ ਦੇ ਉੱਤੇ ਸਰਕਾਰ ਦੇ ਉੱਤੇ ਐਲੀਗੇਸ਼ਨ ਲੱਗ ਰਹੇ। जी राकेश जी ऑफ कोर्स एज अ मैंबर ऑफ द मीडिया मैं जरूर तुहाडे तो पूछना चाहांगी कि किस तरह की रिपोर्टिंग इस स्टोरी नूं अगे लैके आई ते इहदा की रिपरकशनस होणगे, यू नो बिकॉज एक पासे तां सानू जरूर यू नो ये लगता है कि ਇਹਦੇ ਵਿੱਚ ਕੀ ਨਵੀਂ ਗੱਲ ਹੈ ਨਾ, ਕਿ ਇਦਾਂ ਦੀ ਤਾਂ ਹੈਕਿੰਗ ਜਾਂ ਫੋਨ ਦੇ ਟੈਪਸ ਯੂ ਨੋ ਇਹ ਇੰਨੀ ਵੱਡੀ ਗੱਲ ਕਿਉਂ ਬਣ ਰਹੀ ਹੈ, ਬਟ ਇਹਦੀ ਸਿਗਨੀਫੀਕੈਂਸ ਦੇ ਬਾਰੇ ਮੈਂ ਜ਼ਰੂਰ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਰਾਕੇਸ਼ ਸ਼ਾਂਤੀਦੂ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ ਤੁਸੀਂ ਵੀ ਜੁੜੇ ਰਹੋ। ਗੱਲ ਹੋ ਰਹੀ ਹੈ ਪੈਗਾਸਸ ਸੌਫਟਵੇਅਰ ਲੀਕ ਤੇ ਹੈਕਿੰਗ ਦੀ, ਕਿਸ ਤਰ੍ਹਾਂ ਇੰਡੀਆ ਦੇ ਵਿੱਚ ਸਭ ਤੋਂ ਵੱਡੀ ਇਹ ਸਟੋਰੀ ਪਲੇ ਆਊਟ ਹੋ ਰਹੀ ਹੈ, ਦੀ ਗੱਲ ਕਰਾਂਗੇ ਬ੍ਰੇਕ ਤੋਂ ਉਸ ਪਾਰ। ब्रेक तो बाद सारे का स्वागत, तुसी वेख रहे हो प्रोग्राम अज दा मुद्दा ते अज गल हो रही है कि किस तरह टेक्नोलॉजी ने साडी दुनिया नूं हिलाता है। कदी तां एक टाइम हुंदा सी कि जो टेक्नोलॉजी या टेक्नोलॉजी दी रेस हुंदी सी वो बहुत ही हाई लैवल ते हुंदी सी, बट अज टेक्नोलॉजी साडे हत्थ विच हैगी, हरेक कोल एक निक्का जिहा कंप्यूटर। ये कंप्यूटर तुहानूं एक्सेस तां पूरी दुनिया तक दे दिंदा है, बट पूरी दुनिया नूं भी तुहाडे तक एक्सेस पहुँचा देता है इन वेज़ कि जिहदे विच शायद तुहाडी प्राइवेसी कॉम्प्रोमाइज़ हो रही है। खास करके अगर तुसी कोई इहो जिहा काम कर रहे हो जिस तरह पत्रकारां दा अक्सर हुंदा है या सरकारां दा हुंदा है, गवर्नमेंट ऑफिशियल्स दा हुंदा है, जिहदे विच काफ़ी सेंसिटिव इन्फॉर्मेशन तुहाडे फोन ते हुंदी है। हुण तुसीं सोचो तुहाडा फोन ही हैक हो जाए, उस तो इलावा ना कि तुहाडा फोन हैक होया, जो कुछ तुहाडे फोन ते हैगा, तुहाडी सारी प्राइवेट प्रोफैशनल कन्वरसेशनस, इन्फॉर्मेशन, डेटा, सब कुछ, ईमेलां, सब कुछ किसी तक पहुँच गया है। बट फिर ये सोचो कि उस फोन का कैमरा, तुहाडे फोन का माइक्रोफोन, तुहाडे फोन का कैमरा भी इस्तेमाल हो सकता है तुहाडे ते होर निगरानी रखण लई, तुहाडे ते स्पाई करन लई। यही स्टोरी ब्रेक हुई है। पैगेसस सॉफ्टवेयर नूं इस्तेमाल किया गया, गवर्नमेंट ऑफ इंडिया ने यह सॉफ्टवेयर खरीदिया एक इजरायली फर्म तो, ते अज ये स्टोरी ब्रेक हो रही है कि किस तरह इस सॉफ्टवेयर पैगेसस नूं इस्तेमाल किया गया, ना कि सिर्फ पत्रकारां दे खिलाफ, उन्हां दे खिलाफ जो विरोध विच बोलदे सी गवर्नमेंट ऑफ इंडिया दे खिलाफ, बट राहुल गांधी उन्हां दे गवर्नमेंट ऑफ इंडिया दे आप दे मिनिस्टर्स भी इहदे विच इन्वॉल्व सीगे, उन्हां दा भी फोन हैक होया। इहदे ते साडे नाल होर जानकारी शेयर करने लई सानूं ज्वाइन करें साडे अज शाम दे गेस्ट एक बारी फिर राकेश शांतिदू जी। वेलकम बैक टू द प्रोग्राम। राकेश जी, तुसीं सानूं थोड़ा दस्सिया कि किस तरह यू नो पार्लीमेंट सरकार दे विच दिल्ली दे विच हलचल क्रिएट हो गई है, लोक सभा दे विच तुसीं सानूं थोड़ा दस्सो सी, होर ओहदे बारे दस्सो, बिकॉज यू नो ओपोजिशन ने ये भी आके किया है कि ये ट्रीजन सीगी, ये मतलब एक किस्म दा यू नो लाइक गवर्नमेंट ने आप दी ही कॉन्स्टिट्यूशन नू, डेमोक्रेसी नू एक किस्म दा बिट्रे किया, बागी बन के ये सॉफ्टवेयर इस्तेमाल किया है। ਇਹਦੇ ਬਾਰੇ ਹੋਰ ਸਾਨੂੰ ਦੱਸੋ। ਦੇਖੋ ਸ਼ਮਿਤਾ, ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਇਹ ਸੌਫਟਵੇਅਰ ਦੀ ਗੱਲ ਕਰਦੇ ਜੀ, ਪੈਗਾਸਸ ਦੀ ਤੁਸੀਂ ਗੱਲ ਕਰ ਰਹੇ ਜੇ, ਇਹ 2018 ਦੇ ਵਿੱਚ ਜਿਹੜਾ ਕੈਲੀਫੋਰਨੀਆ ਦੀ ਇੱਕ ਕੋਰਟ ਦੇ ਵਿੱਚ ਜਿਹੜਾ ਅਮਰੀਕਾ ਜਿਹੜੀ ਕੈਲੀਫੋਰਨੀਆ ਦੀ ਕੋਰਟ ਹੈ ਸ਼ਾਇਦ, ਜਾਂ ਉਹਦੇ ਵਿੱਚ ਉਹਨਾਂ ਨੇ ਫੇਸਬੁੱਕ ਇੱਕ ਸੂਟ ਲੈ ਕੇ ਗਈ ਸੀ। ਉਹਨੇ ਕਿਹਾ ਸੀ ਵੀ ਮੇਰੇ ਕਲਾਇੰਟਸ ਜਿਹੜੇ ਹੈਗੇ, ਜਿਹੜੇ ਮੇਰੇ ਯੂਜ਼ਰਸ ਹੈਗੇ ਆ, ਉਹਨਾਂ ਦਾ ਇੱਕ ਐਸਾ ਇਹ ਸੌਫਟਵੇਅਰ ਜਿਹੜਾ ਹੈਗਾ ਉਹ ਉਹਨਾਂ ਦੀ ਇਸ ਕਿਸਮ ਦਾ ਡਾਟਾ ਮਤਲਬ ਲੀਕ ਕਰ ਰਿਹਾ, ਇਕੱਠਾ ਕਰਕੇ ਲੀਕ ਕਰ ਰਿਹਾ। ਔਰ ਉਸ ਵੇਲੇ ਜਿਹੜਾ ਹੈ, ਉਸ ਵੇਲੇ ਇਸ NSO ਕੰਪਨੀ ਨੇ ਉੱਥੇ ਕਿਹਾ ਸੀ ਕਿ ਅਸੀਂ ਸਿਰਫ ਔਰ ਸਿਰਫ ਜਿਹੜਾ ਆਪਣਾ ਜਿਹੜਾ ਸੌਫਟਵੇਅਰ ਹੈ ਉਹ ਜਿਹੜੀਆਂ ਸੋਵਰਨ ਕੰਟਰੀਜ਼ ਹੈ, ਜਿਹੜੀਆਂ ਸੰਪ੍ਰਭੂਤ ਜਿਹੜੀਆਂ ਸਰਕਾਰਾਂ ਨੇ, ਅਸੀਂ ਸਿਰਫ ਉਹਨਾਂ ਨੂੰ ਵੇਚਦੇ ਹਾਂ। ਇਹ ਡਿਫੈਂਸ ਦਰਜੇ ਦਾ ਜਿਹੜਾ ਹੈਗਾ, ਇਹਦਾ ਜਿਹੜਾ ਦਰਜਾ ਹੈ ਉਹ ਸੈਨਿਕ ਦਰਜਾ ਜਿਹੜਾ ਹੈਗਾ ਉਹਨੂੰ ਦਿੰਦੇ। ਅੱਛਾ, ਹੁਣ ਸਰਕਾਰ, ਭਾਰਤ ਦੀ ਸਰਕਾਰ ਇਹ ਕਹਿ ਰਹੀ ਹੈ, ਅੱਜ ਪਾਰਲੀਮੈਂਟ ਦੇ ਵਿੱਚ ਜਿਹੜਾ ਗ੍ਰਹਿ ਮੰਤਰੀ ਨੇ ਕਿਹਾ ਵੀ ਇਹ ਆਪੋਜੀਸ਼ਨ ਇਸ ਕੰਸਪੀਰੇਸੀ 'ਚ ਸ਼ਾਮਲ ਹੈ ਔਰ ਇਹ ਮੁਲਕ ਦੇ ਖਿਲਾਫ ਹੋ ਰਿਹਾ ਹੈ। ਅੱਛਾ, ਹੁਣ ਅਗਰ ਇਸ ਗੱਲ ਦੇ ਉੱਤੇ ਅਸੀਂ ਗਵਰਨਮੈਂਟ ਦੀ ਗੱਲ ਨੂੰ ਮੰਨਦੇ ਹਾਂ ਤਾਂ ਫਿਰ ਇਹ NSO ਦੀ ਕ੍ਰੈਡੀਬਿਲਿਟੀ ਦੇ ਉੱਤੇ ਸਵਾਲ ਪੈਦਾ ਹੋਣਾ ਹੈ ਕਿ ਕਿਸ ਤਰ੍ਹਾਂ ਪ੍ਰਾਈਵੇਟਲੀ, ਕਿਸ ਤਰ੍ਹਾਂ ਇਹ ਸੌਫਟਵੇਅਰ ਜਿਹੜਾ ਦਿੱਤਾ ਗਿਆ, ਅਗਰ ਪ੍ਰਾਈਵੇਟਲੀ ਇਹ ਸਾਰਾ ਕੁਝ ਹੋ ਰਿਹਾ। ਔਰ ਅੱਜ ਜਿਹੜਾ IT ਮਿਨਿਸਟਰ ਅਸ਼ਵਨੀ ਵੈਸ਼ਨਵ, ਜਿਹੜੇ ਕਿ ਖੁਦ ਇਸ ਲਿਸਟ 'ਚ ਨੇ, ਜਿਹੜੇ ਸ਼ਾਇਦ ਉਦੋਂ ਮਿਨਿਸਟਰ ਨਹੀਂ ਸੀ ਹੈਗੇ,
ਉਹਨਾਂ ਨੇ ਵੀ ਇਹ ਕਿਹਾ ਵੀ ਸਾਡੇ ਮੁਲਕ 'ਚ ਇਹ ਸਰਕਾਰੀ ਸਤਰ ਤੇ ਐਸਾ ਨਹੀਂ ਹੋ ਸਕਦਾ, ਕਿਉਂਕਿ ਸਾਡੇ ਕੋਲ ਪਹਿਲਾਂ ਤੋਂ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਇੰਟਰਨਲ ਵਿਜੀਲੈਂਸ ਹੁੰਦੀਆਂ ਨੇ, ਏਜੰਸੀਜ਼ ਹੁੰਦੀਆਂ ਨੇ ਸਰਕਾਰ ਕੋਲ, ਤਾਂ ਸਾਡੀ ਐਸੀ ਕੋਈ ਇਹਦੀ ਜ਼ਰੂਰਤ ਨਹੀਂ ਹੈ। ਈਵਨ ਭਾਰਤ ਦੇ ਵਿੱਚ ਜਿਹੜੇ ਹੈ ਨਵੇਂ ਜਿਹੜੇ ਆਈਟੀ ਦੇ ਕਾਨੂੰਨ ਬਣਾਏ ਗਏ ਆ, ਉਹਦੇ 'ਚ ਫੇਸਬੁੱਕ, ਟਵਿੱਟਰ ਸਭ ਨੂੰ ਅਲਟੀਮੇਟਲੀ ਸਰੈਂਡਰ ਕਰਨਾ ਪਿਆ ਕਿ ਅਗਰ ਲੋੜ ਪੈਣ ਤੇ ਸਰਕਾਰ ਉਹਨਾਂ ਦੇ ਕੋਲੋਂ WhatsApp ਦੇ ਕੋਲੋਂ ਵੀ ਉਹਨਾਂ ਨੇ ਕਿਹਾ ਵੀ ਸਰਕਾਰ ਨੇ ਕਿਹਾ ਸੀ ਕਿ ਅਗਰ ਤੁਸੀਂ ਸਾਨੂੰ ਡਾਟਾ ਤੁਹਾਨੂੰ ਦੇਣਾ ਪਏਗਾ ਲੋੜ ਪੈਣ ਤੇ, ਤੁਸੀਂ ਈਵਨ ਐਂਡ ਟੂ ਐਂਡ ਐਨਕ੍ਰਿਪਸ਼ਨ ਜਿਹੜੀ ਹੈ WhatsApp ਨੂੰ ਅਲਟੀਮੇਟਲੀ ਸਰੈਂਡਰ ਕਰਨਾ ਪਿਆ, ਕਿਉਂਕਿ ਜਿਸ ਮੁਲਕ 'ਚ ਜਾਣਾ ਹੁੰਦਾ ਉਸ ਮੁਲਕ ਦੇ ਕਾਨੂੰਨਾਂ ਨੂੰ ਮੰਨਣਾ ਪੈਂਦਾ। ਸੋ ਹੁਣ ਗੱਲ ਇਹ ਹੈ ਕਿ ਜਿਸ ਵੇਲੇ ਉਹਦੀ ਇੱਕ ਪਾਲਿਸੀ ਹੈ, ਇੰਟਰਨੈਸ਼ਨਲ ਪਾਲਿਸੀ ਕਲੈਰਿਟੀ ਦੇ ਵਿੱਚ ਉਹ ਦੱਸ ਰਿਹਾ NSO ਕਿ ਅਸੀਂ ਸਿਰਫ ਸਰਕਾਰ ਨੂੰ ਵੇਚਦੇ ਹਾਂ, ਤੇ ਇੱਕ ਆਪਣੇ ਆਪ 'ਚ ਬੜਾ ਵੱਡਾ ਸਵਾਲ ਹੈ ਕਿ ਸਰਕਾਰ ਕਹਿ ਰਹੀ ਹੈ ਕਿ ਸਾਡੇ ਸਤਰ ਤੇ ਨਹੀਂ ਹੋਇਆ, ਇੱਕ ਵੱਡੀ ਕਨਸਪੀਰੇਸੀ ਮੁਲਕ ਦੇ ਖਿਲਾਫ ਹੋ ਰਹੀ ਹੈ, ਤੇ ਫਿਰ ਇਹ ਜਦੋਂ ਤੱਕ NSO ਜਿਹੜਾ ਹੈਗਾ ਕਿ ਉਹਦੇ ਕੋਲੋਂ ਇਹ ਸੌਫਟਵੇਅਰ ਨਿਕਲ ਕੇ ਕਿਸ ਤਰ੍ਹਾਂ ਆਇਆ, ਕਿੰਨੇ ਪਰਚੇਜ਼ ਕੀਤਾ, ਕਿਉਂਕਿ ਹਲੇ ਆਫੀਸ਼ੀਅਲ ਕੁਝ ਨਹੀਂ ਹੈਗਾ ਇਹਦੇ ਵਿੱਚ, ਤਾਂ ਉਸ ਵੇਲੇ ਜਿਹੜੀ ਹੈ ਜਿਹੜੀ ਦੋਨੋਂ ਪਾਸੇ ਦੀ ਜਵਾਬਦੇਹੀ ਤੈਅ ਹੋਏਗੀ। ਕਿਉਂਕਿ ਹਲੇ ਐਸਾ ਗੱਲ ਨਹੀਂ ਹੈ, ਕਿਉਂਕਿ ਕਹਿੰਦੇ ਕਿ ਜਦੋਂ ਧੂਆਂ ਉਵੇਂ ਨਿਕਲਦਾ ਜਦੋਂ ਕਿਤੇ ਅੱਗ ਲੱਗੀ ਹੁੰਦੀ ਹੈ। ਸੋ ਜਿਹੜੀ ਆਰਗੇਨਾਈਜੇਸ਼ਨਸ ਨੇ ਇਕੱਠੇ ਹੋ ਕੇ, ਮੀਡੀਆ ਆਰਗੇਨਾਈਜੇਸ਼ਨ ਨੇ ਜਿਹੜੀਆਂ ਨੇ ਬਹੁਤ ਵੱਡੀਆਂ ਮੁਲਕ ਦੀ ਜਿਹੜੀਆਂ ਦੁਨੀਆ ਦੀਆਂ 15 ਆਰਗੇਨਾਈਜੇਸ਼ਨਾਂ ਨੇ ਰਲ ਕੇ ਫਿਰ ਜਿਹੜਾ ਉਹ ਫੋਰਬਿਡਨ ਸਟੋਰੀਜ਼ ਔਰ ਜਿਹੜੇ ਐਮਨੈਸਟੀ ਇੰਟਰਨੈਸ਼ਨਲ ਕ੍ਰੈਡੀਬਲ ਜਿਹੜੇ ਇੰਸਟੀਟਿਊਸ਼ਨਸ ਨੇ, ਮਤਲਬ ਆਰਗੇਨਾਈਜੇਸ਼ਨਸ ਨੇ ਜਿਹੜੀਆਂ, ਉਹਨਾਂ ਦੇ ਨਾਲ ਜਦੋਂ ਉਹਨਾਂ ਨੇ ਕਰਕੇ ਦੱਸਿਆ ਗਿਆ ਔਰ ਉਹਨਾਂ ਦੇ ਕੰਪਿਊਟਰਸ ਦੇ ਉੱਪਰ ਉਹਨਾਂ ਦੱਸਿਆ ਕਿ ਇਹ ਲਿਸਟ ਪਈ ਹੈ, ਤਾਂ ਇਹ ਇੱਕ ਵੱਡਾ ਸਵਾਲ ਹੈ ਕਿ ਅੱਛਾ ਇਸ ਸਾਡੇ ਮੁਲਕ 'ਚ ਪ੍ਰੋਬਲਮ ਕੀ ਹੈਗੀ ਹੈ ਕਿ ਜਦੋਂ ਵੀ ਕੋਈ ਇਸ ਕਿਸਮ ਦਾ ਇਸ਼ੂ ਉੱਠਦਾ, ਚਾਹੇ ਉਹ ਕਿਸੇ ਸਮੇਂ ਬੋਫੋਰਸ ਦਾ ਉੱਠਿਆ ਸੀ, ਜਦੋਂ ਕਿਤੇ ਰਾਫੇਲ ਦਾ ਉੱਠਿਆ ਸੀ, ਸਾਡੇ ਅਕਸਰ ਜਿਹੜੀ ਹੈ ਰੂਲਿੰਗ ਪਾਰਟੀਆਂ ਕਹਿ ਦਿੰਦੀਆਂ ਕਿ ਇਹ ਵਿਪਕਸ਼ ਦੀ ਸਾਰੀ ਕਨਸਪੀਰੇਸੀ ਹੈ, ਮੁਲਕ ਦੇ ਖਿਲਾਫ ਹੈ। ਜਿਹੜੀ ਜਵਾਬਦੇਹੀ ਦੀ ਗੱਲ ਹੈਗੀ ਹੈ ਜਿਹੜੀ ਸਾਡੇ ਮੁਲਕ ਦੇ ਅੰਦਰ, ਮਤਲਬ ਏਡਾ ਵੱਡੀ ਅਗਰ ਹੋਈ ਹੈ ਤਾਂ ਸਰਕਾਰ ਨੂੰ ਇਹ ਹਿੰਦੁਸਤਾਨ ਲਈ ਬਹੁਤ, ਭਾਰਤ ਲਈ ਬਹੁਤ ਵੱਡਾ ਖਤਰਾ ਹੈ। ਅਗਰ ਪ੍ਰਾਈਵੇਟਲੀ ਵੀ ਹੋ ਗਿਆ ਤਾਂ ਉਹਦੇ ਉੱਤੇ ਸਰਕਾਰ ਦਾ ਪੱਖ ਤਾਂ ਇਹ ਹੋਣਾ ਚਾਹੀਦਾ ਹੈ ਵੀ ਇਸ ਗੱਲ ਦੀ ਜਿਹੜੀ ਹੈ ਵੱਡੀ ਇੱਕ ਜਿਹੜੀ ਹੈ ਇਨਕੁਆਇਰੀ ਕਮੇਟੀ ਬਿਠਾਈ ਜਾਏਗੀ ਕਿ ਇਹ ਕਿਸ ਤਰ੍ਹਾਂ ਹੋਇਆ, ਪਰ ਸਾਡੇ ਉਹਨੂੰ ਲਾਈਟਲੀ ਲੈ ਗਏ, ਕਿਉਂਕਿ ਇਹ ਜਿਹੜਾ ਰਾਈਟ ਟੂ ਐਕਸਪ੍ਰੈਸ਼ਨ ਹੈ, ਕਿਉਂਕਿ ਪਿਛਲੇ ਸਮੇਂ 'ਚ ਜਿਹੜੀ ਹੁਣ ਦੀ ਸਰਕਾਰ ਹੈ ਉਹਦੇ ਉੱਤੇ ਪਹਿਲਾਂ ਤੋਂ ਵੀ ਇਸ ਕਿਸਮ ਦੇ ਐਲੀਗੇਸ਼ਨ ਇੱਥੇ ਲੱਗਦੇ ਰਹੇ ਆ ਵੀ ਜਿਹੜੇ ਇਸ ਕਿਸਮ ਦਾ ਪ੍ਰੈਸ਼ਰ ਕਿਤੇ ਨਾ ਕਿਤੇ ਪੈ ਰਿਹਾ, ਪਰ ਜਿਸ ਤਰੀਕੇ ਦੇ ਨਾਲ ਇੱਕ ਚੀਜ਼ ਬੜੀ ਹੈਰਾਨੀਜਨਕ ਹੈ ਕਿ ਜਦੋਂ ਇੱਕ ਗੱਲ ਕਹੀ ਜਾਂਦੀ ਹੈ ਕਿ ਦੇਸ਼ 'ਚ ਪੱਤਰਕਾਰਾਂ ਦੇ ਉੱਤੇ ਬੜਾ ਦਬਾਅ ਹੈ, ਦੂਸਰਾ ਹੈ, ਤੇ ਜਿਹੜੀ ਇਹ ਖਬਰ ਹੈਗੀ ਹੈ ਇਹ ਅੱਜ ਮੁਲਕ ਦੇ ਹਰ ਅਖਬਾਰ ਦੇ ਪਹਿਲੇ ਪੇਜ ਤੇ ਹੈ, ਤਾਂ ਉਦੋਂ ਜਦੋਂ ਉਹ ਜਿਹੜੀ ਜਰਨਲਿਜ਼ਮ ਦੇ ਵਿੱਚ ਜਿਹੜੀ ਫਰੀडम ਦੀ ਗੱਲ ਕਰਦੇ ਆ, ਉਦੋਂ ਇਹ ਗੱਲ ਆ ਜਾਂਦੀ ਹੈ ਕਿ ਕੀ ਅੱਜ ਸਰਕਾਰ ਤੇ ਇਹ ਮੀਡੀਆ ਸਾਰਾ ਸਰਕਾਰ ਦੇ ਕੰਟਰੋਲ 'ਚੋਂ ਬਾਹਰ ਆ ਗਿਆ। ਸੋ ਕਈ ਐਸੇ ਸਵਾਲ ਨੇ ਜਿਨ੍ਹਾਂ ਦੇ ਉੱਪਰ ਟਰਾਂਸਪੇਰੈਂਸੀ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ। ਦੇਖੋ ਸਰਕਾਰ ਤੇ ਐਲੀਗੇਸ਼ਨ ਇਸ ਕਰਕੇ ਬਣਦਾ ਹੈ ਕਿਉਂਕਿ ਉਹ ਕੰਪਨੀ ਕਹਿ ਰਹੀ ਹੈ, ਸੌਫਟਵੇਅਰ ਜਿਹੜੀ ਮੈਨੂਫੈਕਚਰਿੰਗ ਕੰਪਨੀ ਕਹਿ ਰਹੀ ਹੈ ਕਿ ਅਸੀਂ ਸਰਕਾਰਾਂ ਤੋਂ ਸਿਵਾਏ ਕਿਸੇ ਨੂੰ ਵੇਚਦੇ ਨਹੀਂ ਜੀ, ਤਾਂ ਜੇ ਉਹ ਸਰਕਾਰ ਨੇ ਨਹੀਂ ਖਰੀਦਿਆ ਤਾਂ ਸਾਡੇ ਮੁਲਕ 'ਚੋਂ ਕੋਈ ਹੋਰ ਬਾਹਰੋਂ ਆ ਕੇ ਕੰਮ ਕਰ ਰਿਹਾ ਤਾਂ ਸਾਡੀ ਸਰਕਾਰਾਂ ਦਾ ਜਿਨ੍ਹਾਂ ਦੀ ਡਿਊਟੀ ਹੈ ਇਸ ਚੀਜ਼ ਨੂੰ ਰੋਕਣਾ ਜਿਹੜਾ ਉਹਨਾਂ ਲਈ ਇੱਕ ਬਹੁਤ ਵੱਡਾ ਸਵਾਲ ਜੀ। ਰਾਕੇਸ਼ ਜੀ ਤੁਸੀਂ ਬਹੁਤ ਇੱਕ ਇੰਟਰਸਟਿੰਗ ਪੁਆਇੰਟ ਇੱਥੇ ਚੱਕਿਆ ਬਿਕਾਜ਼ ਯੂ ਨੋ ਇਹ ਇੱਕ ਫਰੇਜ਼ ਬਹੁਤ ਕਾਮਨ ਪਪੂਲਰ ਜਿਹਾ ਬਣ ਗਿਆ, ਗੋਦੀ ਮੀਡੀਆ ਹੈ ਨਾ, ਬਟ ਜੋ ਤੁਸੀਂ ਕਹਿ ਰਹੇ ਹੋ ਕਿ ਅੱਜ ਅਕ੍ਰੋਸ ਦ ਬੋਰਡ ਸਾਰਾ ਮੀਡੀਆ ਇਹਨੂੰ ਰਿਪੋਰਟ ਕਰ ਰਿਹਾ ਹੈ, ਇਹਦੇ ਬਾਰੇ ਮੈਨੂੰ ਥੋੜ੍ਹਾ ਜਿਹਾ ਹੋਰ ਦੱਸੋ, ਕੋਈ ਸਪੈਸੀਫਿਕ ਰੀਜ਼ਨ ਕਿ ਜੋ ਗੋਦੀ ਮੀਡੀਆ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਹਾਂਜੀ ਇਹ ਸਿਰਫ ਤਾਂ ਸਰਕਾਰ ਦੇ ਹੱਕ ਦੀ ਹੀ ਗੱਲ ਕਰਦੇ ਨੋ ਮੈਟਰ ਵਾਟ, ਉਹਨਾਂ ਦੇ ਜੇਬ 'ਚ ਹੈਗੇ, ਕਿ ਉਹਨਾਂ ਨੂੰ ਵੀ ਇੱਕ ਨੈਗੇਟਿਵ ਇੰਪੈਕਟ ਹੋਇਆ ਇਸ ਕਰਕੇ ਉਹ ਰਿਪੋਰਟ ਕਰ ਰਹੇ, ਜਾਂ ਇਹ ਸਟੋਰੀ ਹੀ ਇੰਨੀ ਵੱਡੀ ਹੈ ਕਿ ਉਹਨਾਂ ਨੂੰ ਕਰਨਾ ਪੈ ਰਿਹਾ? ਦੇਖੋ ਦੋਨੋਂ ਪੱਖ ਨੇ। ਦੇਖੋ ਐਕਚੁਅਲੀ ਕੀ ਹੈ ਕਿ ਜਦੋਂ ਤੋਂ ਇੰਡੀਅਨ ਜਿਹੜੀ ਭਾਰਤੀ ਜਿਹੜੀ ਹੈ ਸਾਡੀ ਸੁਸਾਇਟੀ ਦੀ ਗੱਲ ਕਰਦੇ, ਕੰਪਲੀਟ ਸੁਸਾਇਟੀ ਹੈ, ਜਦੋਂ ਵੀ ਕਿਸੇ ਮੁਲਕ ਦੀ ਵਿਵਸਥਾ 'ਚ ਕਮਜ਼ੋਰੀਆਂ ਆਉਂਦੀਆਂ ਨੇ, ਚਾਹੇ ਉਹ ਸਰਕਾਰ ਹੋਏ ਚਾਹੇ ਉਹ ਸਮਾਜ, ਉਹ ਸੁਸਾਇਟੀ ਦੇ ਵਿੱਚ ਜਦੋਂ ਗਿਰਾਵਟ ਆਉਂਦੀ ਹੈ ਉਦੋਂ ਹੀ ਉਹ ਸਾਰੇ ਸਿਸਟਮ ਦੇ ਉੱਪਰ ਪ੍ਰਭਾਵ ਛੱਡਦੀ ਹੈ। ਤਾਂ ਉਹ ਨੋ ਡਾਊਟ ਕਿ ਪਿਛਲੇ ਸਮੇਂ ਦੇ ਵਿੱਚ ਜਿੰਨੀ ਕਮਰਸ਼ੀਅਲਾਈਜੇਸ਼ਨ ਮੀਡੀਆ ਦੀ ਇੰਡੀਆ ਦੇ ਵਿੱਚ ਹੋਈ ਹੈ ਉਹਦੇ ਵਿੱਚ ਇਹ ਗਿਰਾਵਟ ਸੁਭਾਵਿਕ ਸੀ ਜਿਹੜੀ ਹੈਗੀ ਹੈ। ਉਹਨੂੰ ਐਕਸਪਲੋਇਟ ਕਿਹਨੇ ਕੀਤਾ? ਐਕਸਪਲੋਇਟ ਵੱਡੇ ਸਤਰ ਦੇ ਉੱਤੇ ਉਹੀ ਕਰ ਸਕਦਾ ਹੈ ਜਿਹਦੇ ਕੋਲ ਬਹੁਤ ਵੱਡਾ ਵਿਸ਼ਾਲ ਧਨ ਦਾ ਭੰਡਾਰ ਹੈ, ਤਾਂ ਉਹਨਾਂ ਲੋਕਾਂ ਨੇ ਨੋ ਡਾਊਟ ਉਹ ਕੀਤਾ। ਗੋਦੀ ਮੀਡੀਆ ਜਿਹੜਾ ਇਹ ਇੱਕ ਪ੍ਰਭਾਵ ਆਇਆ ਕਿਉਂਕਿ ਬਹੁਤ ਸਾਰਾ ਮੀਡੀਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਉਹ ਇੱਕ ਪੱਖੀ ਗੱਲ ਦਿਖਦੀ ਆਈ ਕਿ ਜੋ ਸਰਕਾਰ ਕਹਿ ਰਹੀ ਹੈ ਉਹ ਰੌਲਾ ਪੈ ਰਿਹਾ। ਆਪੋਜੀਸ਼ਨ ਬੇਸਿਕਲੀ ਅੱਜ ਮੁਲਕ ਦੇ ਵਿੱਚ ਸਥਿਤੀ ਇਹ ਹੈ ਕਿ ਇੰਨੀ ਸਕੈਟਰਡ ਹੋਈ ਆਪਸ ਦੇ ਵਿੱਚ ਜਿਹੜੀ ਆਪੋਜੀਸ਼ਨ ਹੈ, ਕਿਉਂਕਿ ਆਪੋਜੀਸ਼ਨ ਨਾਂ ਦੀ ਚੀਜ਼ ਹੀ ਨਹੀਂ, ਐਸਾ ਲੱਗਦਾ ਕਿ ਆਪੋਜੀਸ਼ਨ ਹੈ ਨਹੀਂ ਹੈ। ਜਦਕਿ ਅਗਰ ਪਾਰਲੀਮੈਂਟ 'ਚ ਅਸੀਂ ਸੀਟਾਂ ਦੀ ਗਿਣਤੀ ਕਰੀਏ ਤਾਂ ਅੱਜ ਵੀ ਅਗਰ ਉਹ ਇਕੱਠੇ ਹੋ ਕੇ ਗੱਲ ਕਰਦੇ ਆ ਕੋਈ ਤਾਂ ਬਹੁਤ ਵੱਡੀ ਗੱਲ ਹੈ। ਸੋ ਜਿਹੜੀ ਤੁਸੀਂ ਸਵਾਲ ਕੀਤਾ ਕਿ ਕੀ ਇਹ ਏਡੀ ਵੱਡੀ ਗੱਲ ਸੀ ਕਿ ਇਹਨੂੰ ਕਵਰ ਕਰਨਾ ਹੀ ਪੈਣਾ ਸੀ,
ਦੇਖੋ ਇਹ ਜਿਹੜਾ ਫੰਡਾਮੈਂਟਲ ਰਾਈਟ, ਮੈਂ ਸ਼ੁਰੂ 'ਚ ਹੀ ਗੱਲ ਕੀਤੀ ਕਿ ਰਾਈਟ ਟੂ ਪ੍ਰਾਈਵੇਟ, ਜਿਹੜਾ ਰਾਈਟ ਟੂ ਐਕਸਪ੍ਰੈਸ਼ਨ ਹੈ, ਜਿਹੜਾ ਬੋਲਣ ਦਾ ਅਧਿਕਾਰ ਹੈ, ਮੌਲਿਕ ਜਿਹੜੀ ਗੱਲ, ਜਿਹੜੀ ਮੂਲ ਆਜ਼ਾਦੀ ਦਾ, ਜਿਹੜਾ ਜਿਹਨੂੰ ਆਜ਼ਾਦੀ ਕਹਿੰਦੇ ਆ, ਉਹ ਬੋਲਣ ਦੀ ਆਜ਼ਾਦੀ ਸਭ ਤੋਂ ਪਹਿਲਾਂ ਜ਼ਰੂਰੀ ਹੈ। ਖਾਣਾ ਪੀਣਾ ਜੀਣਾ ਤਾਂ ਬਾਅਦ ਦੀ ਗੱਲ ਹੈ। ਜਿਹੜਾ ਵਿਅਕਤੀ ਬੋਲ ਹੀ ਨਹੀਂ ਸਕਦਾ, ਸੋ ਅੱਜ ਜਿਹੜੀ ਇਹ ਗੱਲ ਹੈ, ਮੈਂ ਕਹਿੰਦਾ ਕਿ ਵੀ ਇਹ ਪੱਤਰਕਾਰਾਂ ਨੇ, ਸਾਰੇ ਮੁਲਕ ਦੇ ਪੱਤਰਕਾਰਾਂ ਨੇ, ਭਾਰਤ ਦੀਆਂ ਅਖਬਾਰਾਂ ਨੇ ਇਸ ਗੱਲ ਨੂੰ ਸਮਝਿਆ। ਸਰਕਾਰਾਂ ਸਮਝ ਰਹੀਆਂ ਹੋਣੀਆਂ, ਨਾ ਸਮਝ ਰਹੀਆਂ ਹੋਣ, ਪਰ ਮੈਨੂੰ ਇਸ ਖਬਰ ਦੇ ਇਦਾਂ ਛੱਪਣ ਦੇ ਨਾਲ ਐਸਾ ਲੱਗਦਾ ਹੈ ਵੀ ਇਹ ਬੜਾ ਵੱਡਾ ਦਲੇਰਾਨਾ ਕੰਮ ਜਿਹੜਾ ਕੀਤਾ। ਦੇਖੋ ਭਾਰਤ ਦੇ ਵਿੱਚ ਜਦੋਂ 1975-77 ਦੇ ਵਿੱਚ ਇੰਦਰਾ ਗਾਂਧੀ ਦੇ ਸਮੇਂ ਤੇ ਐਮਰਜੈਂਸੀ ਲੱਗੀ ਸੀ, ਜਦੋਂ ਪ੍ਰੈਸਾਂ ਦੇ ਵਿੱਚ ਸਿੱਧਾ ਸੈਂਸਰ ਬਿਠਾਤਾ ਸੀ, ਉਦੋਂ ਵੀ ਅਲਟੀਮੇਟਲੀ ਜਿਹੜੀ ਪੱਤਰਕਾਰੀ ਜਿਹੜੀ ਜਮਾਤ ਸੀ, ਉਹਨੇ ਵੱਡਾ ਰੋਲ ਪਲੇ ਕੀਤਾ ਸੀ, ਆਪ ਆ ਕੇ ਜਿਹੜਾ ਖੜਾ ਕੀਤਾ ਸੀ। ਉਹ ਮੈਨੂੰ ਲੱਗਦਾ ਵੀ ਐਸਾ ਨਹੀਂ ਹੈ ਕਿ ਟੋਟਲ ਗੋਦੀ ਮੀਡੀਆ ਹੋ ਗਿਆ, ਹਲੇ ਬਹੁਤ ਸਾਰਾ ਹਿੱਸਾ ਐਸਾ ਹੈਗਾ ਜਿਹੜਾ ਗੋਦੀ 'ਚ ਨਹੀਂ ਬੈਠਾ। ਤੇ ਫਿਰ ਜਦੋਂ ਇਸ ਕਿਸਮ ਦੀਆਂ ਖਬਰਾਂ ਆਉਂਦੀਆਂ ਨੇ, ਜਿਹੜਾ ਗੋਦੀ 'ਚ ਨਹੀਂ ਹੈ ਉਹਨੇ ਤਾਂ ਇਹਨੂੰ ਵੱਡੇ ਪਹਿਲੇ ਪੇਜ ਤੇ ਟੌਪ ਜਿਹੜਾ ਹੈਂਗਰਸ ਲਏ ਆ, ਦੂਸਰੇ ਲਏ ਆ। ਤਾਂ ਹੋ ਸਕਦਾ ਦੇਸ਼ ਦੀਆਂ ਕੋਈ ਐਸੀ ਅਖਬਾਰਾਂ ਜਿਨ੍ਹਾਂ ਨੂੰ ਗੋਦੀ ਮੀਡੀਆ ਕਹਿੰਦੇ ਆ ਜਾਂ ਇਹ ਹੈ, ਉਹ ਨਾਲ ਡਿਫੈਂਸਿਵ ਮੇਜਰਸ ਵੀ ਲੈ ਕੇ ਦੋਨੋਂ ਪੱਖ ਉਸ ਤਰੀਕੇ ਦੇ ਨਾਲ ਕਰ ਰਹੇ ਹੋਣ। ਪਰ ਇਹ ਖਬਰ ਜਿਹੜੀ ਹੈ, ਇਹ ਪੂਰੀ ਸੁਤੰਤਰਤਾ ਦੇ ਨਾਲ ਅੱਜ ਜਿਹੜੀ ਹੈ ਭਾਰਤ ਦੇ ਅਖਬਾਰਾਂ ਦੇ ਵਿੱਚ, ਟੈਲੀਵਿਜ਼ਨ ਚੈਨਲਸ ਦੇ ਉੱਪਰ ਚੱਲ ਰਹੀ ਹੈ। ਦੈਟਸ ਇਹ ਸੁਣ ਕੇ ਮਤਲਬ ਇੱਕ ਕਿਸਮ ਦੀ ਖੁਸ਼ੀ ਵੀ ਹੁੰਦੀ ਹੈ ਦੈਟ ਹਲੇ ਵੀ ਇੰਟੈਗ੍ਰਿਟੀ ਹੈਗੀ ਇਸ ਪ੍ਰੋਫੈਸ਼ਨ ਦੇ ਵਿੱਚ, ਕਿ ਇੰਡੀਆ ਦੇ ਵਿੱਚ ਜੋ ਪੱਤਰਕਾਰ ਹੈਗੇ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਉਹਨਾਂ ਨੂੰ ਐਥਿਕਸ ਪਤਾ ਹੈ ਕਿ ਮੀਡੀਆ ਤੇ ਜਰਨਲਿਜ਼ਮ ਦੇ ਐਥਿਕਸ ਕੀ ਹੁੰਦੇ। ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਰਾਕੇਸ਼ ਜੀ ਕਿੱਥੇ ਨਾ ਜਾਓ। ਵਿਊਅਰਸ, ਇਸ ਤਰ੍ਹਾਂ ਬਾਰੇ ਨਾਲ ਗੱਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। एक बारी फिर हाजिर होया, गल हो रही है पैगासस सॉफ्टवेयर लीक दी। ये स्टोरी बहुत वड्डे लैवल ते प्ले आउट हो रही है। साडे नाल जुड़े हैं राकेश शांतिदूत जी। राकेश जी, तुसी सानू ब्रेक तो पहले दस रहे सी कि किस तरह भावें एक इमेज क्रिएट हो चुकी है, खास करके जिथे किसान अंदोलन की गल आती है कि इंडिया दे विच मीडिया मोस्टली गोदी मीडिया है, जो वड्डा नैशनल मीडिया है, वो एक पासे दी ही गल करते हैं, हमेशा सरकार की हक की गल करते हैं। बट ये जो स्टोरी है ਪੈਗਾਸਸ ਸੌਫਟਵੇਅਰ ਦੀ, ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸ ਰਹੇ ਸੀ, ਇਹ ਸਾਰਿਆਂ ਨੂੰ ਛੂ ਗਈ ਹੈ ਕਿਸੇ ਨਾ ਕਿਸੇ ਹੱਦ ਤੱਕ, ਐਂਡ ਪੂਰਾ ਪ੍ਰੋਫੈਸ਼ਨ ਹੀ ਖਤਰੇ ਦੇ ਵਿੱਚ ਹੈਗਾ। ਬਟ ਇਹਦੇ ਵਿੱਚ ਇੱਕ ਹੋਰ ਵੀ ਪੱਖ ਹੈ ਜੋ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਲੋਕਲ ਲੈਵਲ ਤੇ ਤੁਸੀਂ ਉੱਥੇ ਬੈਠੇ ਹੋ, ਤੁਸੀਂ ਵਰਤਦੇ ਹੋ, ਇੱਕ ਜੋ ਖਾਸ ਕਰਕੇ ਇੰਡੀਆ ਦੇ ਵਿੱਚ ਜਦੋਂ ਕੋਈ ਮਤਲਬ ਕ੍ਰਾਈਮ ਅਗੇਂਸਟ ਵੂਮਨ ਹੁੰਦਾ ਹੈ, ਰਾਈਟ, ਜਦੋਂ ਵਿਕਟਮਸ ਅੱਗੇ ਆਉਂਦੇ ਆ, ਅਕਿਊਜ਼ਰ ਬਣ ਕੇ ਪਬਲਿਕ ਦੇ ਵਿੱਚ ਅੱਗੇ ਆਉਂਦੇ ਆ ਕਿ ਸਾਡੇ ਖਿਲਾਫ ਇਹੋ ਜਿਹਾ ਕ੍ਰਾਈਮ ਹੋਇਆ ਹੈ, ਸੈਕਸ਼ੂਅਲ ਅਸੌਲਟ, ਹਰਾਸਮੈਂਟ, ਕੁਛ ਵੀ ਤੁਸੀਂ ਕਹਿ ਲਓ, ਉਹਨਾਂ ਦੇ ਨਾਲ ਆਲਰੇਡੀ ਸਾਨੂੰ ਮਤਲਬ ਥੋੜ੍ਹਾ ਜਿਹਾ ਸਾਡਾ ਮਤਲਬ ਮਾਈਂਡਸੈਟ ਬਣਿਆ ਕਿ ਉਹਨਾਂ ਦੇ ਨਾਲ ਕੁਛ ਚੰਗਾ ਨਹੀਂ ਵਾਪਰਦਾ, ਕਿ ਬਹੁਤ ਔਖੀ ਉਹਨਾਂ ਲਈ ਉਹ ਐਕਸਪੀਰੀਅੰਸ ਹੁੰਦਾ ਕਿ ਤੁਸੀਂ ਅੱਗੇ ਆ ਕੇ ਸਟੋਰੀ ਦੱਸ ਰਹੇ ਹੋ, ਤੁਹਾਨੂੰ ਸ਼ਾਇਦ ਜਸਟਿਸ ਮਿਲੂ ਨਾ ਮਿਲੂ, ਬਟ ਪਬਲਿਕਲੀ ਤੁਹਾਡੀ ਸਟੋਰੀ ਜਾ ਰਹੀ ਹੈ। ਬਟ ਇਸ ਪੈਗਾਸਸ ਲੀਕ ਦੇ ਵਿੱਚ ਇੱਕ ਹੋਰ ਮੈਂ ਕਹਾਂਗੀ dangerous angle ਵੇਖਿਆ ਹੈ ਅਕਿਊਜ਼ਰਸ ਲਈ, ਰਾਈਟ। ਆਈ ਵਾਂਟ ਟੂ ਟਾਕ ਟੂ ਯੂ ਅਬਾਊਟ ਚੀਫ ਜਸਟਿਸ ਆਫ ਇੰਡੀਆ ਰੰਜਨ ਗੋਗੋਈ, ਜਿਨ੍ਹਾਂ ਦੇ ਖਿਲਾਫ ਰੇਪ ਦੇ ਚਾਰਜਸ ਕੀਤੇ ਗਏ ਸੀ April 2019 ਦੇ ਵਿੱਚ। ਜੋ ਲੇਡੀ ਨੇ ਇਹ ਐਕਿਊਜ਼ੇਸ਼ਨਸ ਕੀਤੀਆਂ, ਉਹ ਉਹਨਾਂ ਦੇ EMPLOYEE ਦੇ ਗਰੁੱਪ ਵਿੱਚ ਸੀ, ਉਹਨਾਂ ਨੂੰ ਐਕਿਊਜ਼ੇਸ਼ਨ ਤੋਂ ਬਾਅਦ ਫਾਇਰ ਕੀਤਾ ਗਿਆ ਇਸ ਔਰਤ ਨੂੰ। ਬਟ ਇਸ ਐਕਸਪੋਜ਼ੇ ਨੇ ਸਾਨੂੰ ਇਹ ਵੀ ਦੱਸਿਆ ਕਿ ਇਸ ਪੈਗਾਸਸ ਜੋ ਹੈਕਿੰਗ ਸੀਗੀ ਉਹਦੇ ਵਿੱਚ ਇਹ ਅਕਿਊਜ਼ਰ, ਇਹ ਲੇਡੀ ਜਿਨ੍ਹਾਂ ਨੇ ਚੀਫ ਜਸਟਿਸ ਨੂੰ ਰੇਪ ਦੀ ਐਕਿਊਜ਼ੇਸ਼ਨ ਦਿੱਤੀ, ਐਂਡ ਉਹਨਾਂ ਦਾ ਪੂਰਾ ਪਰਿਵਾਰ ਹੈਕ ਕੀਤਾ ਗਿਆ। ਆਈ ਮੀਨ ਦਿਸ ਕਾਈਂਡ ਆਫ ਐਂਗਲ ਆਫ ਦਿਸ ਸਟੋਰੀ, ਇਹ ਅਕਿਊਜ਼ਰਸ ਲਈ ਕਿਸ ਤਰ੍ਹਾਂ ਦਾ ਇੰਪੈਕਟ ਲੈ ਕੇ ਆਊਗਾ? ਜੋ ਲੋਕੀ ਜਿਨ੍ਹਾਂ ਦੇ ਖਿਲਾਫ ਇਹੋ ਜਿਹੀ ਚੀਜ਼ਾਂ ਹੁੰਦੀਆਂ, ਉਹਨਾਂ ਨੂੰ ਕਿਸ ਤਰ੍ਹਾਂ ਹੁਣ ਲੱਗੂਗਾ ਕਿ ਅੱਗੇ ਆ ਕੇ ਅਗਰ ਆਪਾਂ ਕੁਝ ਦੱਸਦੇ ਹਾਂ, ਇੱਕ ਤਾਂ ਸਾਡੀ ਮਤਲਬ ਜਸਟਿਸ ਖਤਰੇ ਵਿੱਚ ਹੈਗੀ, ਹੁਣ ਸਾਡਾ ਫੋਨ ਤੱਕ ਸੇਫ ਨਹੀਂ, ਸਾਡਾ ਪਰਿਵਾਰ ਤੱਕ ਸੇਫ ਨਹੀਂ। ਹਾਂ ਦੇਖੋ ਸੁਮਿਤਾ, ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਵੀ ਇਹ ਦੇਖੋ ਵਿਮਨਸ ਲਈ ਜਿਹੜੀ ਹਲੇ ਵੀ ਅਗਰ ਆਪਾਂ ਇੰਡੀਆ ਦੀ ਗੱਲ ਕਰੀਏ ਤੇ ਬਹੁਤ ਸਾਰੇ ਐਸੇ ਕੇਸਿਸ ਤੁਹਾਡੇ ਪਿੱਛੇ ਵੀ ਜਿਹੜੀ ਨਿਰਭਇਆ ਕਾਂਡ, ਦੂਸਰੇ ਐਸੇ ਬਹੁਤ ਸਾਰੇ ਆਏ ਹੈ, ਜਿਹਦੇ ਵਿੱਚ ਈਵਨ ਯੂਪੀ ਦੇ ਵਿੱਚ ਕੇਸ ਆਇਆ ਸੀ ਜਿਹਦੇ ਵਿੱਚ ਉਹ ਲੜਕੀ ਨੂੰ ਉਹਨਾਂ ਨੇ ਮਾਰ ਕੇ ਪਤਾ ਵੀ ਨਹੀਂ ਸੀ ਲੱਗਣ ਦਿੱਤਾ, ਤੇ ਫਿਰ ਅਲਟੀਮੇਟਲੀ ਉਹ ਗੱਲਾਂ ਕਿਸੇ ਨਾ ਕਿਸੇ ਤਰੀਕੇ ਬਾਹਰ ਆਉਂਦੀਆਂ। ਪਰ ਸੁਸਾਇਟੀ ਸਾਡੀ ਐਸੀ ਹੈ ਜਿਹਦੇ ਵਿੱਚ ਇਹ ਦਬਾਅ ਆ ਜਾਂਦਾ। ਪਰ ਜਿਹੜੀ ਤੁਸੀਂ ਹੁਣ ਗੱਲ ਕੀਤੀ ਵੀ ਰੰਜਨ ਗੋਗੋਈ ਉਸ ਵੇਲੇ ਜਿਹੜੇ ਉਸ ਵੇਲੇ ਚੀਫ ਜਸਟਿਸ ਆਫ ਇੰਡੀਆ ਸੀ,
ਸਰਕਾਰ ਦੀ ਮੁਸ਼ਕਲ ਹੀ ਇਸ ਕੰਮ 'ਚ ਇਸ ਕਰਕੇ ਆਉਂਦੀ ਹੈ ਕਿ ਜਿੰਨੇ ਵੀ ਇਸ ਟੈਪਿੰਗ ਕਹਿ ਲਓ, ਲੀਕੇਜ ਕਹਿ ਲਓ, ਇਹ ਜਿਹੜੀ ਮੈਕਸੈਸੇ ਦੇ ਜ਼ਰੀਏ ਹੋਈ ਹੈ, ਜਿਹੜੇ ਲੋਕਾਂ ਦੇ ਫੋਨਸ ਉਹਨਾਂ ਦੀ ਵੈਬਸਾਈਟ ਤੇ ਮਿਲੇ ਹੈ, ਉਹ ਕਿਤੇ ਨਾ ਕਿਤੇ ਕੁਝ ਐਸੇ ਇਨਸੀਡੈਂਟਸ ਜਿਹੜੇ ਹੈਗੇ ਆ, ਉਹ ਕਿਤੇ ਨਾ ਕਿਤੇ ਉਹ ਘਟਨਾਵਾਂ ਇਹਨਾਂ ਗੱਲਾਂ ਨਾਲ ਜਾ ਜੁੜਦੀਆਂ। ਜਿਹੜੀ ਤੁਸੀਂ ਗੱਲ ਚੁੱਕੀ ਹੈ, ਇਹਨਾਂ ਗੱਲਾਂ ਨਾਲ ਜਾ ਜੁੜਦੀਆਂ। ਇਸ ਕਰਕੇ ਸਰਕਾਰ ਦੀ ਜਵਾਬਦੇਹੀ ਜ਼ਿਆਦਾ ਬਣ ਜਾਂਦੀ ਹੈ ਔਰ ਇਸੇ ਕਰਕੇ ਹੀ ਸ਼ਾਇਦ ਜਿਹੜਾ ਅੱਜ ਆਪੋਜੀਸ਼ਨ ਨੇ ਜਿੱਥੇ ਜੇਪੀਸੀ ਬਣਾਉਣ ਦੀ ਮੰਗ ਕੀਤੀ ਹੈ, ਉਹਨਾਂ ਨੇ ਇੱਕ ਪਾਸੇ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਨਹੀਂ, ਇਹ ਸਾਡੇ ਦੇਸ਼ ਦੇ ਖਿਲਾਫ ਇੱਕ ਬੜਾ ਵੱਡਾ ਛੜਯੰਤਰ ਕੋਈ ਹੋ ਰਿਹਾ ਹੈਗਾ, ਇਹ ਆਪੋਜੀਸ਼ਨ ਉਹਦੇ 'ਚ ਸ਼ਾਮਲ ਹੈ, ਪਰ ਉਹਨਾਂ ਨੇ ਉਹ ਗ੍ਰਹਿ ਮੰਤਰੀ ਕੋਲੋਂ ਵੀ ਜਿਹੜਾ ਰੈਜ਼ਿਗਨੇਸ਼ਨ ਅੱਜ ਪਾਰਲੀਮੈਂਟ 'ਚ ਮੰਗਿਆ ਗਿਆ। ਉਹਨਾਂ ਨੇ ਕਿਹਾ ਕਿ ਅਗਰ ਇਹ ਪ੍ਰਾਈਵੇਟਲੀ ਵੀ ਯੂਜ਼ ਹੋਇਆ ਤਾਂ ਵੀ ਗ੍ਰਹਿ ਮੰਤਰਾਲੇ ਦੀ ਜਿਹੜੀ ਹੈ ਡਿਊਟੀ ਬਣਦੀ ਹੈ। ਤਾਂ ਜਿਹੜੀ ਤੁਸੀਂ ਗੱਲ ਕੀਤੀ ਵੀ ਇਹਦਾ ਇੰਪੈਕਟ ਕੀ ਆਏਗਾ, ਦੇਖੋ ਇਹਦਾ ਇੰਪੈਕਟ ਤਾਂ ਆ ਚੁੱਕਾ ਹੈ। ਇਸ ਗੱਲ ਦਾ ਜਿਹੜਾ ਅੱਜ ਜਿਹੜੀ ਲੋਕ ਚਰਚਾ ਹੈਗੀ ਹੈ, ਹਾਲਾਂਕਿ ਜੇ ਤੁਸੀਂ ਸੋਸ਼ਲ ਮੀਡੀਆ ਤੇ ਉੱਤੇ ਅਗਰ ਚੈੱਕ ਕਰੋ ਤੇ ਅੱਜ ਇੰਡੀਆ ਦੇ ਵਿੱਚ ਬਹੁਤ ਸੋਸ਼ਲ ਮੀਡੀਆ ਭਰਿਆ ਪਿਆ ਜਿਹਦੇ ਵਿੱਚ ਉਹ ਇਹ ਕਹਿ ਰਿਹਾ ਕਿ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਏਗਾ। ਉਹ ਇੱਕ ਅਲੱਗ ਗੱਲ ਹੈ ਕਿ ਸੜਕਾਂ ਤੇ ਆਉਣ ਦਾ ਹੁਣ ਰਿਵਾਜ ਸੋਸ਼ਲ ਮੀਡੀਆ ਦੇ ਆਉਣ ਨਾਲ ਹੌਲੀ ਹੌਲੀ ਘਟ ਗਿਆ। ਇੱਕ ਕਿਸਾਨ ਅੰਦੋਲਨ ਇੱਕ ਐਸਾ ਬਿਰਲਾ ਅੰਦੋਲਨ ਇਸ ਦੌਰ 'ਚ ਆਇਆ ਜਿਨੇ 1 ਸਾਲ ਤੋਂ ਜਿਹੜੀ ਹੈ ਉਹ ਸੜਕ ਦੇ ਉੱਤੇ ਸੰਭਾਲੀ ਹੈ ਔਰ ਸਰਕਾਰ ਨੂੰ ਲਗਾਤਾਰ ਜਿਹੜੀ ਹੈ ਆਪਣੀ ਗੱਲ ਰੱਖਣ ਦੀ ਜਿਹੜੀ ਗੱਲ ਕਰ ਰਿਹਾ। ਸੋ ਇਹਦੇ ਵਿੱਚ ਜਦੋਂ ਨਾ ਬਹੁਤ ਸਾਰੀਆਂ ਗੱਲਾਂ ਐਸੀਆਂ ਹੈ ਕਿਉਂਕਿ ਸਰਕਾਰ ਨਾਲ ਜਾ ਜੁੜਦੀਆਂ, ਜਿੱਦਾਂ ਰਾਹੁਲ ਗਾਂਧੀ ਜਿਹੜੇ ਆਪੋਜੀਸ਼ਨ ਦੇ ਮਤਲਬ ਉਹ ਖੇਮੇ ਦੇ ਵੱਡੇ ਲੀਡਰ ਨੇ, ਇਸੇ ਤਰ੍ਹਾਂ ਜਿਹੜੇ ਆਪੋਜੀਸ਼ਨ ਦੇ ਵਿੱਚ ਜਿਹੜੇ ਇੱਕ ਅੱਛੇ ਰਣਨੀਤੀਕਾਰ ਦੇ ਇਲੈਕਸ਼ਨ ਜਿਹੜੇ ਸਟ੍ਰੈਟਜਿਸਟ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ, ਉਹਨਾਂ ਦਾ ਜਿਹੜਾ ਫੋਨ ਨੰਬਰ ਹੈ, ਉਹਨਾਂ ਨੇ ਆਪਣਾ ਫੋਨ ਜਿਹੜਾ ਨੰਬਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਆਇਆ ਤਾਂ ਉਹਨਾਂ ਨੇ ਉਹਦੇ ਫੋਰੈਂਸਿਕ ਟੈਸਟ ਲਈ ਜਿਹੜਾ ਐਮਨੈਸਟੀ ਇੰਟਰਨੈਸ਼ਨਲ ਨੂੰ ਦੇ ਦਿੱਤਾ ਔਰ ਉਹ ਕਨਫਰਮ ਹੋ ਗਿਆ ਕਿ ਇਹ ਵਾਕਈ ਉਹਨਾਂ ਦਾ ਫੋਨ ਨੰਬਰ ਟੈਪਿੰਗ ਉਹਨਾਂ ਦੀ ਹੋਈ ਹੈ। ਸੋ ਇਸ ਕਿਸਮ ਦੇ ਜਿਹੜੇ ਹੁਣ ਇੱਕ ਜਿਹੜਾ ਘਟਨਾਕ੍ਰਮ ਦਾ ਇੱਕ ਹਿੱਸਾ ਤਾਂ ਕੋਇਨਸੀਡੈਂਸ ਹੋ ਸਕਦਾ ਹੈ, ਪਰ ਜਿੰਨੀਆਂ ਗੱਲਾਂ ਵਿਪਕਸ਼ ਚੁੱਕ ਰਿਹਾ ਹੈਗਾ ਉਹ ਸਾਰੇ ਤਾਂ ਕੋਇਨਸੀਡੈਂਸ ਨਹੀਂ ਹੋ ਸਕਦੇ। ਜਦੋਂ ਅਸੀਂ ਮਮਤਾ ਬੈਨਰਜੀ ਦੇ ਕਜ਼ਨ ਬ੍ਰਦਰ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰੰਜਨ ਗੋਗੋਈ ਦੇ ਕੇਸ ਦੀ ਗੱਲ ਕਰਦੇ ਹਾਂ, ਕਿਉਂਕਿ ਰੰਜਨ ਗੋਗੋਈ ਬਾਅਦ ਚ ਬੜਾ ਰੌਲਾ ਪਿਆ ਕਿ ਉਹ ਪ੍ਰੋ ਗਵਰਨਮੈਂਟ ਹੋ ਗਏ, ਫਿਰ ਬਾਅਦ ਚ ਉਹਨਾਂ ਨੂੰ ਕਿਤੇ ਦਾ ਗਵਰਨਰ ਵੀ ਸ਼ਾਇਦ ਲਾਇਆ ਗਿਆ। ਸੋ ਇਸ ਕਿਸਮ ਦੀਆਂ ਜਿਹੜੇ ਸਾਰੇ ਤਾਂ ਕੋਇਨਸੀਡੈਂਟ ਨਹੀਂ ਹੋ ਸਕਦੇ। ਸੋ ਦੋਨਾਂ ਪੱਖਾਂ ਦੇ ਵਿੱਚ ਜਿਹੜਾ ਹੈਗਾ ਕਿ ਬੇਸ਼ੱਕ ਸਰਕਾਰ ਦੀ ਨੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਸਰਕਾਰ ਕੋਲ ਬਹੁਤ ਸਾਰੇ ਤੰਤਰ ਪਹਿਲਾਂ ਹੀ ਹੈਗੇ ਆ, ਪਰ ਸਰਕਾਰ ਦੀ ਜਵਾਬਦੇਹੀ ਤੈਅ ਹੈ। ਕਿਉਂਕਿ ਜੇ ਸਰਕਾਰ, ਕਿਉਂਕਿ ਮੈਂ ਸ਼ੁਰੂ 'ਚ ਹੀ ਕਿਹਾ ਕਿ ਜਿੱਦਾਂ ਐਨਐਸਓ ਕਹਿੰਦਾ ਜਿਹੜਾ ਮੈਨੂਫੈਕਚਰਿੰਗ ਕਰਦਾ ਉਹਦੀ ਉਹ ਕਹਿੰਦਾ ਸੀ ਸਰਕਾਰ ਤੋਂ ਬਾਹਰ ਵੇਚਦੇ ਹੀ ਨਹੀਂ, ਤੇ ਦੂਸਰੇ ਪਾਸੇ ਅਗਰ ਬਿਨਾਂ ਸਰਕਾਰ ਦੀ ਇਜਾਜ਼ਤ ਦੇ ਇਸ ਦੇਸ਼ 'ਚ ਏਡਾ ਵੱਡਾ ਜਿਹਨੂੰ ਉਹ ਛੜਯੰਤਰ ਕਹਿ ਰਹੇ ਰਚਿਆ ਗਿਆ, ਤਾਂ ਫਿਰ ਵੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ। ਤਾਂ ਉਹਦਾ ਸਰਕਾਰ ਦੀ ਜਵਾਬਦੇਹੀ ਇਹਦੇ ਤੇ ਜ਼ਰੂਰ ਤੈਅ ਹੋ ਰਹੀ ਹੈ। ਸਰਕਾਰ ਇੰਨੀ ਗੱਲ ਕਰਕੇ ਵੀ ਇਹ ਬਸ ਇਹਨੂੰ ਛੱਡ ਦੇ, ਇੰਨੀ ਗੱਲ ਕਰਕੇ ਛੱਡ ਦਿਓ, ਉਹ ਬਣਦੀ ਨਹੀਂ ਹੈਗੀ। ਔਰ ਮੈਨੂੰ ਲੱਗਦਾ ਜਿਹੜਾ ਤੁਸੀਂ ਇੱਕ ਸਵਾਲ ਕੀਤਾ ਸੀ ਵੀ ਕੀ ਇਹਦਾ ਇੰਪੈਕਟ ਦੇਸ਼ 'ਚ ਕੀ ਹੈ, ਮੈਨੂੰ ਲੱਗਦਾ ਹੈ ਕਿ ਲੋਕ ਸਭਾ ਦੇ ਅੰਦਰ ਜਿੱਡਾ ਵੱਡਾ ਇਸ ਵੇਲੇ ਜਿਹੜਾ ਇੱਕ ਗਤੀਰੋਧ ਬਣ ਗਿਆ ਹੈਗਾ, ਮੈਨੂੰ ਲੱਗਦਾ ਕਿ ਅਲਟੀਮੇਟਲੀ 1-2 ਦਿਨ ਦੇ ਵਿੱਚ ਸ਼ਾਇਦ ਸਰਕਾਰ ਜੇਪੀਸੀ ਬਣਾਉਣ ਦੇ ਉੱਤੇ ਮੰਨ ਜਾਏਗੀ, ਕਿਉਂਕਿ ਰਾਫੇਲ ਦੇ ਸਮੇਂ ਵੀ ਇਦਾਂ ਹੀ ਹੋਇਆ ਸੀ, ਫਿਰ ਬਣੀ ਸੀ। ਸੋ ਇਸ ਕਰਕੇ ਦੇਖੋ ਰਾਫੇਲ ਦਾ ਜਦੋਂ ਕੇਸ ਹੋਇਆ ਸੀ ਉਦੋਂ ਵੀ ਕਲੀਨ ਚਿਟਸ ਦਿੱਤੀਆਂ ਸੀ, ਪਰ ਫਿਰ ਫਰਾਂਸ ਦੀ ਜੁਡੀਸ਼ੀਅਲ ਜਿਹੜੀ ਉਹਦੇ ਵਿੱਚ ਜਾ ਕੇ ਉਹ ਰਾਫੇਲ ਦੇ ਉੱਪਰ ਉਹਨਾਂ ਨੇ ਕਮਿਸ਼ਨ ਦਾ ਕੇਸ ਹੋ ਗਿਆ। ਤਾਂ ਅੱਜ ਸਰਕਾਰ ਨੇ ਕੋਸ਼ਿਸ਼ ਕਰ ਰਹੀ ਹੈ ਵੀ ਇਹਦੇ ਉੱਤੇ ਜਾਂਚ ਕਰਾਈ ਜਾਵੇ। जी राकेश जी, once again अगर ਇਹੋ ਜੀ ਕੋਈ ਕਮਿਸ਼ਨ ਸੈਟਅਪ ਕੀਤੀ ਜਾਂਦੀ, ਕੋਈ ਜਾਣਬੀਨ ਹੁੰਦੀ ਹੈ, ਉਹਦੇ ਵਿੱਚ ਸੇਮ ਸਾਨੂੰ ਕਲੀਨ ਚਿੱਟ ਦੀ ਐਕਸਪੈਕਟੇਸ਼ਨ ਹੋਣੀ ਚਾਹੀਦੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਕੋਈ ਵੱਖਰਾ ਆਊਟਕਮ ਇਸ ਵਾਰੀ ਹੋਏਗਾ ਬਿਕੋਜ਼ ਇੰਨੇ ਵੱਖ ਪੱਖੋਂ ਲੋਕੀ ਜੁੜੇ ਹੋਏ ਆ, ਅਫੈਕਟਡ ਨੈਗੇਟਿਵਲੀ ਹੋਏ ਹੈ? ਇਜ਼ ਦੇयर ਸਮਥਿੰਗ ਡਿਫਰੈਂਟ ਵੀ ਕੈਨ ਐਕਸਪੈਕਟ ਅਗਰ ਇਹਦੇ ਤੇ ਇੰਡੀਪੈਂਡੈਂਟ ਕਿਸੇ ਨਾ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਜਾਂ ਕਮਿਸ਼ਨ ਰੱਖੀ ਜਾਂਦੀ ਹੈ? ਅਸ਼ਮਿਤਾ, ਮੈਂ ਅਗਰ ਜਿਹੜੀ ਇਹ ਸਰਕਾਰ, ਜਿਹੜੀ ਪ੍ਰੈਜ਼ੈਂਟ ਸਰਕਾਰ ਜਿਹੜੀ ਇਸ ਐਲੀਗੇਸ਼ਨ ਦੇ ਦਾਇਰੇ 'ਚ ਆਈ ਹੈ, ਇਹਦੀ ਮੈਂ ਅਗਰ ਗੱਲ ਕਰਾਂ ਤਾਂ ਮੁਲਕ ਦੇ ਵਿੱਚ ਜਿਹੜੀ ਹੈ, ਦੇਖੋ ਇਸ ਮੁਲਕ ਨੂੰ ਕਰਪਸ਼ਨ ਨੇ ਬਹੁਤ ਘੇਰਿਆ ਹੋਇਆ ਸੀ। ਪਿਛਲੇ ਲਗਭਗ 8 ਸਾਲ 7.5 ਸਾਲ ਦੇ ਕਰੀਬ ਇਹ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜਾਂ ਬੀਜੇਪੀ ਦੀ ਗਵਰਨਮੈਂਟ ਹੈ, ਉਹਨੇ ਮੁਲਕ ਦੇ ਵਿੱਚ ਕਈ ਕਿਸਮ ਦੇ ਰਿਫਾਰਮਸ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਨੋ ਡਾਊਟ ਡਿਵੈਲਪਮੈਂਟ ਬਹੁਤ ਹੋਈ ਹੈ ਇਸ ਦੌਰਾਨ ਦੇਸ਼ ਦੇ ਵਿੱਚ, ਰੋਡ ਨੈਟਵਰਕ ਬੜੇ ਅੱਛੇ ਬਣੇ ਨੇ, ਬੰਦਰਗਾਹਾਂ ਚੰਗੀਆਂ ਬਣੀਆਂ ਨੇ, ਬਹੁਤ ਕੁਝ ਜਿਹੜਾ ਹੋਇਆ ਹੈ। ਪਰ ਜਿਹੜੀ ਤੁਸੀਂ ਗੱਲ ਕੀਤੀ ਕਿ ਕਮਿਸ਼ਨ ਬਣਨ ਦੇ ਨਾਲ ਸਾਨੂੰ ਉਹਦਾ ਕੋਈ ਰਿਜ਼ਲਟ ਵੀ ਪੋਜ਼ਿਟਿਵ ਆਏਗਾ ਕਿ ਕਲੀਨ ਚਿੱਟ ਦੇ ਦਿੱਤੀ ਜਾਏਗੀ, ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਇੱਕ ਅੱਛੇ ਕੰਮ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦੀ ਇਮੇਜ ਡੈਮੇਜ ਹੋ ਰਹੀ ਹੈ,
ਤਾਂ ਉੱਥੇ ਸਰਕਾਰ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਘੱਟੋ ਘੱਟ ਆਪਣੀ ਇਮੇਜ, ਜੇ ਉਹ ਸੱਚੇ ਨੇ, ਜੇ ਉਹਨਾਂ ਨੂੰ ਵਾਕਈ ਇਹ ਗੱਲ ਜਿਹੜੀ ਹੈ ਉਹ ਸੱਚੀ ਜਿਹੜੀ ਉਹ ਦਾਅਵਾ ਕਰ ਰਹੇ ਆ, ਤੇ ਉਹਨਾਂ ਨੂੰ ਘੱਟੋ ਘੱਟ ਉਹਨਾਂ ਨੂੰ ਡਰ ਨਹੀਂ ਹੋਣਾ ਚਾਹੀਦਾ ਕੋਈ, ਉਹਨਾਂ ਨੂੰ ਆਪਣੀ ਇਮੇਜ ਸਾਫ਼ ਕਰਨ ਲਈ ਜਿਹੜਾ ਹੈ ਇੱਕ ਇੰਡੀਪੈਂਡੈਂਟ ਜਿਹੜੀ ਹੈ ਕੋਈ ਐਸੀ ਏਜੰਸੀ ਦੇ ਜ਼ਰੀਏ ਇਹਦੀ ਜਿਹੜੀ ਹੈ ਜੇਪੀਸੀ ਦੀ ਜਿੱਦਾਂ ਮੰਗ ਕੀਤੀ ਜਾ ਰਹੀ ਹੈ, ਈਵਨ ਇੱਥੋਂ ਤੱਕ ਸਰਕਾਰ ਨੂੰ ਆਫਰ ਕਰਨਾ ਚਾਹੀਦਾ ਹੈ ਕਿ ਤੁਸੀਂ ਆਪੋਜੀਸ਼ਨ ਦੱਸੇ ਕਿਹੜੇ ਮੈਂਬਰਸ ਹੋਣੇ ਚਾਹੀਦੇ ਜੇਪੀਸੀ ਦੇ, ਔਰ ਇਹਦੀ ਜਿਹੜੀ ਸੁਤੰਤਰ ਜਿਹੜੀ ਜਾਂਚ ਹੈ ਉਹ ਕਰਾ ਕੇ ਆਪਣੀ ਇਮੇਜ ਸਾਫ਼ ਕਰਨੀ ਚਾਹੀਦੀ ਹੈ ਸਰਕਾਰ ਨੂੰ। ਤੋ ਵੈਸੇ ਜਿਹੜਾ ਜਿਸ ਤਰ੍ਹਾਂ ਅਗਰ ਪਰੰਪਰਾਗਤ ਕਰੀਏ ਤਾਂ ਕਈ ਸਾਡੇ ਇੰਡੀਆ 'ਚ ਕਲੀਨ ਚਿੱਟਾਂ ਆ ਜਾਂਦੀਆਂ ਹੈਗੀਆਂ, ਪਰ ਜਿੱਡਾ ਵੱਡਾ ਇਸ਼ੂ ਹੈ ਮੈਨੂੰ ਲੱਗਦਾ ਕਿ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਸਰਕਾਰ ਆਪਣੀ ਇਮੇਜ ਨੂੰ ਅੱਛਾ ਸਾਬਤ ਕਰਨ ਲਈ, ਸਾਫ਼ ਦੱਸਣ ਲਈ ਸੱਚ ਨੂੰ ਸਾਹਮਣੇ ਜ਼ਰੂਰ ਲਿਆਵੇ। ਰਾਕੇਸ਼ ਜੀ, ਤੁਸੀਂ ਇਮੇਜ ਦੀ ਗੱਲ ਕੀਤੀ, ਆਮ ਸੋ ਗਲੈਡ ਬਿਕਾਜ਼ ਮੈਂ ਵੀ ਡਿਸਕਸ਼ਨ ਉਸ ਪਾਸੇ ਲੈ ਕੇ ਜਾਣਾ ਚਾਹੁੰਦੀ ਸੀ। ਆਫ ਕੋਰਸ ਇਮੇਜ ਇੱਕ ਤਾਂ ਕੰਟਰੀ ਦੇ ਵਿੱਚ ਇੰਟਰਨਲੀ ਡੋਮੈਸਟਿਕ ਤੌਰ ਤੇ ਹੁੰਦੀ ਹੈ, ਭਾਵੇਂ ਉਹ ਸਰਕਾਰ ਦੀ ਹੋਏ, ਲੀਡਰ ਦੀ ਹੋਏ, ਪ੍ਰਧਾਨ ਮੰਤਰੀ ਦੀ ਹੋਏ, ਬਟ ਇਸ ਸਟੋਰੀ ਦੇ ਨਾਲ ਇੰਡੀਆ ਦੀ ਤੇ ਖਾਸ ਕਰਕੇ ਮੋਦੀ ਸਰਕਾਰ ਦੀ ਇਮੇਜ ਨੂੰ ਇੱਕ ਠੇਸ ਪਹੁੰਚੀ ਹੈ ਇੰਟਰਨੈਸ਼ਨਲ ਲੈਵਲ ਤੇ। ਉਹਦੇ ਬਾਰੇ ਮੈਂ ਤੁਹਾਡੇ ਨਾਲ ਅਗਲੇ ਸੈਗਮੈਂਟ ਦੇ ਵਿੱਚ ਗੱਲ ਕਰਨਾ ਚਾਹੁੰਦੀ ਹਾਂ। ਇੱਕ ਹੋਰ ਨਿੱਕੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ। ਵਿਊਅਰਸ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਗੱਲ ਹੋ ਰਹੀ ਹੈ ਪੈਗਾਸਸ ਸੌਫਟਵੇਅਰ ਲੀਕ ਦੀ, ਤੇ ਇੰਡੀਆ ਦੀ ਇੱਕ ਵਾਰੀ ਫਿਰ ਇੰਟਰਨੈਸ਼ਨਲ ਇਮੇਜ ਦੇ ਉੱਤੇ ਤੁਸੀਂ ਕਹਿ ਲਓ ਇੱਕ ਉਂਗਲ ਉੱਠੀ ਹੈ ਕਿ ਭਾਰਤ ਸਰਕਾਰ ਨਾ ਕਿ ਸਿਰਫ ਆਪ ਦੇ ਆਪੋਜੀਸ਼ਨ ਲੀਡਰਸ ਨੂੰ, ਆਪ ਦੇ ਪੱਤਰਕਾਰਾਂ ਨੂੰ, ਆਪ ਦੇ ਵਿਕਟਮਸ ਨੂੰ ਟੈਪ ਕਰ ਰਹੀ ਹੈ, ਹੈਕ ਕਰ ਰਹੀ ਹੈ, ਬਟ ਇਸ ਚੀਜ਼ ਦੇ ਪਿੱਛੇ ਅਗਰ ਸਰਕਾਰ ਨਹੀਂ ਹੈਗੀ ਤੇ ਕੌਣ? ਤੇ ਇਹਦੇ ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਕੀ ਇਨਵੈਸਟੀਗੇਸ਼ਨ ਹੋਏਗੀ? ਤੇ ਇੰਟਰਨੈਸ਼ਨਲ ਇਮੇਜ ਦੀ ਜਦੋਂ ਗੱਲ ਆਉਂਦੀ ਹੈ, ਇਸ ਚੀਜ਼ ਤੇ ਕੀ अपडेट्स की डेवलपमेंट्स इस स्टोरी तो निकल रही हैं, यदि गल करने सानू ज्वाइन करे राकेश शांतिदूत जी, जर्नलिस्ट इंडिया तो। राकेश जी, एक बार फिर तुहाडा प्रोग्राम दे विच स्वागत। राकेश जी, अगर आप इंडिया की इंटरनैशनल इमेज की गल करते हैं थोड़ी देर ਲਈ, एक बार फिर मैनू एक कंपैरिजन ड्रॉ करना पै रहा बिकॉज सिमिलैरिटीज़ बहुत हैगियां, राइट। जिथे किसान अंदोलन ने भावें एक इशू जरूर हर एक सरकार ने, इंटरनैशनल वड्डे एंटिटीज़, ऑर्गेनाइजेशंस, मीडिया आउटलेट्स ने मन लिया कि किसान अंदोलन एक इंटरनल लैजिस्लेटिव इशू हैगा, हाँ जी मान लिया, बट किस तरह भारत सरकार ने, दिल्ली पुलिस ने ते बीजेपी दी गवर्नमेंट ने इस इशू नू हैंडल किया है, की उहदे ह्यूमन राइट्स इंप्लीकेशनस हैं, ਉਹਦੇ ਕਰਕੇ ਇੰਡੀਆ ਦੀ ਇਮੇਜ ਨੂੰ ਠੇਸ ਪਹੁੰਚੀ ਹੈ, ਇੰਡੀਆ ਦੀ ਜੋ ਡੈਮੋਕ੍ਰੈਟਿਕ ਇਮੇਜ ਹੈਗੀ ਉਹਨੂੰ ਠੇਸ ਪਹੁੰਚੀ ਹੈ। ਅੱਜ ਤੁਸੀਂ ਸਾਨੂੰ ਥੋੜਾ ਜਿਹਾ ਕਮੈਂਟ ਦੇਵੋ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਪੈਗਾਸਸ ਦੀ ਲੀਕ ਦੇ ਨਾਲ ਇੰਡੀਆ ਦੀ ਡੈਮੋਕ੍ਰੈਟਿਕ ਇਮੇਜ ਨੂੰ ਠੇਸ ਪਹੁੰਚੀ ਹੈ? ਦੇਖੋ, ਜੇ ਸਰਕਾਰ ਦੀ ਭੂਮਿਕਾ ਇਸ ਗੱਲ ਦੇ ਰਿਜਿਡਨੈਸ ਜਿਹੜੀ ਮੈਂ ਸ਼ੁਰੂ ਚ ਕੀਤਾ ਕਿ ਉਹ ਕਹਿ ਰਹੀ ਹੈ ਕਿ ਇਹ ਛੜਯੰਤਰ ਹੋ ਰਿਹਾ, ਅਗਰ ਸਰਕਾਰ ਉੱਥੇ ਫਸੀ ਰਹਿੰਦੀ ਹੈ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀ ਨਾ ਕਿਸਾਨ ਅੰਦੋਲਨ ਦਾ, ਹਾਲਾਂਕਿ ਇਹਦਾ ਦੂਸਰਾ ਪਹਿਲੂ ਅਗਰ ਲਈਏ ਤਾਂ ਜਿਸ ਕਿਸਮ ਦਾ ਕਿਸਾਨਾਂ ਦਾ ਅੰਦੋਲਨ ਪੂਰੇ 1 ਸਾਲ ਤੋਂ ਉੱਪਰ ਚਲੇ ਗਿਆ ਹੈ ਔਰ ਉਹ ਲਗਾਤਾਰ ਬੈਠੇ ਨੇ, ਰੋਡਸ ਬੰਦ ਨੇ, ਤਾਂ ਜਿਹੜਾ ਰਾਈਟ ਟੂ ਜਿਹੜਾ ਮਤਲਬ ਪ੍ਰੋਟੈਸਟ ਹੈਗਾ ਉਹ ਵੀ ਫੰਡਾਮੈਂਟਲ ਰਾਈਟ ਹੈ, ਗੱਲ ਕਰਨ ਐਕਸਪ੍ਰੈਸ਼ਨ ਦੇ ਦਾਇਰੇ 'ਚ ਆਉਂਦਾ ਹੈ। ਤਾਂ ਉਹਦਾ ਪ੍ਰਭਾਵ ਬਹੁਤ ਸਾਰੇ ਜਾਂਦਾ ਕਿ ਮੁਲਕ ਦੇ ਨੈਸ਼ਨਲ ਹਾਈਵੇ ਦੇ ਉੱਪਰ ਕਿਸਾਨ ਬੈਠੇ ਹੈ ਪਰ ਸਰਕਾਰ ਉਹਨਾਂ ਨੂੰ ਉਸ ਤਰ੍ਹਾਂ ਦੇ ਨਾਲ ਕੁਝ ਨਹੀਂ ਕਰ ਰਹੀ ਫਿਲਹਾਲ ਜਿਹੜੀ ਹੈ। ਦੂਸਰੇ ਪਾਸੇ ਜਿਹੜੀ ਹੈ ਕਿ ਜਿਹੜਾ ਇਹ ਹਲੇ ਕਿਉਂਕਿ ਇਹਦਾ ਕੋਈ ਐਸਾ ਰਿਐਕਸ਼ਨ ਨਹੀਂ ਪੂਰੇ ਮੁਲਕ 'ਚੋਂ ਆਇਆ ਕਿ ਭਾਰਤ ਦੀ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਜਾਂ ਭਾਰਤ ਦਾ ਜਿਹੜੀ ਲੋਕਤੰਤਰਿਕ ਜਿਹੜੀ ਇਮੇਜ ਹੈ ਉਹਨੂੰ ਕੋਈ ਮਤਲਬ ਉਹਦੇ ਉੱਤੇ ਕੋਈ ਐਸਾ ਆਇਆ ਹੋਵੇ। ਫਿਰ ਇਹ ਜਿਹੜਾ ਇਹ ਪੈਗਾਸਸ ਦਾ ਮਾਮਲਾ ਹੈ ਇਹ ਬਹੁਤ ਸਾਰੇ ਦੇਸ਼ਾਂ ਹੋਰਾਂ ਨਾਲ ਵੀ ਜੁੜਿਆ ਹੈ ਜੀ, ਔਰ ਲਗਭਗ 50,000 ਲੋਕ ਉਹਦੇ ਦਾਇਰੇ 'ਚ ਆਉਂਦੇ ਆ, ਸਿਰਫ ਭਾਰਤ ਦੀ ਜੁੜਨੀ ਹੈਗੀ। ਔਰ ਜਿੱਦਾਂ ਸਾਡਾ ਜਿਹੜਾ ਗੁਆਂਢੀ ਮੁਲਕ ਹੈ ਪਾਕਿਸਤਾਨ, ਉਹਦੇ ਉੱਥੇ ਜਿਹੜਾ ਇਮਰਾਨ ਖਾਨ ਵੀ ਉਸ ਸੂਚੀ ਦੇ ਵਿੱਚ ਹੈਗੇ ਨੇ, ਉੱਥੇ ਦੇ ਪ੍ਰਧਾਨ ਮੰਤਰੀ ਜਿਹੜੇ ਹੈਗੇ। ਸੋ ਇਹ ਗੱਲ ਜਿਹੜੀ ਹੈ ਹਲੇ ਕਲੈਰਿਟੀ 'ਚ ਨਹੀਂ ਕਹੀ ਜਾ ਸਕਦੀ, ਨਾ ਹੀ ਇਹ ਸਾਹਮਣੇ ਆ ਰਹੀ ਹੈ ਕਿ ਜਿਸ ਵੇਲੇ ਮੈਂ ਫਿਰ ਬਾਰ-ਬਾਰ ਉਹ ਗੱਲ ਕਰੂੰਗਾ ਕਿ ਦੇਖੋ ਇਜ਼ਰਾਈਲ ਦੀ ਜਿਹੜੀ ਸਰਕਾਰੀ ਜਾਂ ਗੈਰ ਸਰਕਾਰੀ ਜਿਹੜੀ ਉਹਨਾਂ ਦੀ ਇੰਟੈਲੀਜੈਂਸ, ਜਿਹੜੀ ਉਹਨਾਂ ਦਾ ਡਿਟੈਕਟਿਵ ਸਿਸਟਮ ਹੈ, ਉਹ ਦੁਨੀਆ ਦੇ ਵਿੱਚ ਬਹੁਤ ਕ੍ਰੈਡੀਬਲ ਹੈਗਾ ਔਰ ਉਹਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਦਾ ਕੋਈ ਸਾਨੀ ਨਹੀਂ ਹੈਗਾ। ਤੇ ਜਿਸ ਵੇਲੇ ਉਹ ਕਹਿ ਰਹੇ ਆ ਕਿ ਅਸੀਂ ਸਿਰਫ ਸਰਕਾਰਾਂ ਨੂੰ ਵੇਚਦੇ ਹਾਂ, ਤਾਂ ਫਿਰ ਪਾਕਿਸਤਾਨ ਦੇ ਵਿੱਚ ਜਿਹੜਾ ਉਸ ਮੁਲਕ ਦੇ ਪ੍ਰਧਾਨ ਮੰਤਰੀ ਦਾ ਨਾਂ ਕਿੱਦਾਂ ਹੋ ਸਕਦਾ? ਇਟ ਮੀਨਸ ਕਿ ਉੱਥੇ ਵੀ ਜਿਹੜਾ ਉਹਨਾਂ ਦਾ ਰਾਈਵਲ ਗਰੁੱਪ ਹੈ, ਉਹਨੂੰ ਫੌਜ ਕਹਿ ਲਓ, ਜਿੱਦਾਂ ਫੌਜ ਪੈਰਲਲ ਸਰਕਾਰ ਚਲਾਉਂਦੀ ਹੈ, ਉੱਥੇ ਸਰਕਾਰ ਦੀ ਡੈਫੀਨੇਸ਼ਨ ਉਹਨਾਂ ਦੀ ਕੀ ਹੈਗੀ ਹੈ। ਸੋ ਮੈਨੂੰ ਲੱਗਦਾ ਹੈ ਕਿ ਵੀ ਜਦੋਂ ਅਸੀਂ ਇਹਨੂੰ ਇੱਕ ਪੱਤਰਕਾਰ ਦੇ ਤੌਰ ਤੇ, ਇੱਕ ਨਾਗਰਿਕ ਦੇ ਤੌਰ ਤੇ ਦੇਖਦੇ ਹਾਂ,
ਤਾਂ ਨਿਸ਼ਚਿਤ ਤੌਰ ਤੇ ਜਿਹੜਾ ਭਾਰਤ ਹੈ, ਜਿਹੜਾ ਇੰਡੀਆ ਹੈ, ਦੁਨੀਆ ਦੀ ਬਹੁਤ ਵੱਡੀ ਡੈਮੋਕ੍ਰੇਸੀ ਹੈ, ਜਿਹਨੂੰ ਇੱਕ ਲੋਕ ਇਹਨੂੰ ਇੱਕ ਰੋਲ ਮਾਡਲ ਡੈਮੋਕ੍ਰੇਸੀ ਦੇ ਉੱਤੇ ਮੰਨਦੇ ਆ ਕਿ ਭਾਰਤ ਵਰਗੀ ਸੋਹਣੀ ਜਿਹੜੀ ਡੈਮੋਕ੍ਰੇਸੀ ਆ ਉਹ ਕਿਤੇ ਨਹੀਂ ਹੈਗੀ। ਤੇ ਜਦੋਂ ਭਾਰਤ ਦੇ ਵਿੱਚ ਪਹਿਲਾਂ ਇੱਕ ਪ੍ਰਭਾਵ ਜਾ ਰਿਹਾ ਸੀ, ਜਦੋਂ ਤੁਹਾਡੇ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਜਦੋਂ ਮੈਂ ਪਹਿਲਾਂ ਆਇਆ ਸੀ, ਕਿ ਜਰਨਲਿਸਟਾਂ ਦੇ ਬਾਰੇ ਇੱਕ ਪ੍ਰਭਾਵ ਸੀ ਕਿ ਜਰਨਲਿਸਟਾਂ ਨੂੰ ਬੋਲਿਆ ਨਹੀਂ ਜਾ ਸਕਦਾ, ਗੋਦੀ ਮੀਡੀਆ ਦੂਸਰੇ ਬੋਲ ਨਹੀਂ ਸਕਦੇ। ਫਿਰ ਬਹੁਤ ਸਾਰੇ ਰਾਈਟਰਸ ਜਿਹੜੇ ਆ ਉਹਨਾਂ ਨੂੰ ਸਿਰਫ ਲਿਖੇ ਜਾਣ ਕਰਕੇ ਹੀ ਉਹ ਅੰਦਰ ਦਿੱਤਾ ਗਿਆ। ਫਿਰ ਰੀਸੈਂਟਲੀ ਕੁਝ ਐਸੇ ਕੇਸਿਸ ਹੋਏ ਆ ਜਿੱਦਾਂ ਜਿਹਦੇ ਵਿੱਚ ਹਿਮਾਚਲ ਦੇ ਵਿੱਚ ਜਿਹੜੇ ਸੀਨੀਅਰ ਜਰਨਲਿਸਟ ਸੀ ਸਾਡੇ, ਜਿਹੜੇ ਉਹਨਾਂ ਨੂੰ ਕੋਰਟ ਨੇ ਕਿਹਾ ਵੀ, ਈਵਨ ਪਿੱਛੇ ਸੁਪਰੀਮ ਕੋਰਟ ਨੇ ਇੱਕ ਬੜੀ ਸਟਰੋਂਗ ਟਿੱਪਣੀ ਕੀਤੀ ਹੈ ਵੀ ਜਿਹੜੀ ਤੁਹਾਡੇ ਨਾਲ ਸਹਿਮਤੀ ਨਹੀਂ ਹੈਗੀ, ਸਰਕਾਰ ਨਾਲ ਸਹਿਮਤੀ ਹੋਣ ਦਾ ਮਤਲਬ ਰਾਜਦਰੋਹ ਨਹੀਂ ਹੈਗਾ। ਔਰ ਸੁਪਰੀਮ ਕੋਰਟ ਨੇ ਪਿੱਛੇ ਜਿਹੜਾ ਰਾਜਦਰੋਹ ਦੇ ਜਿਹੜਾ ਕਾਨੂੰਨ ਬਰਕਰਾਰ ਹੈ, ਉਹਨਾਂ ਨੇ ਕਿਹਾ ਵੀ ਇਹ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਹੈ, ਅੱਜ ਇਹਦੀ ਕੀ ਜ਼ਰੂਰਤ ਹੈ ਕਿ ਤੁਸੀਂ ਇਹਦਾ, ਕਿਉਂਕਿ ਹਰ ਸਰਕਾਰ ਮਿਸਯੂਜ਼ ਕਰਦੀ ਆ ਰਹੀ। ਬਿਲਕੁਲ। ਤਾਂ ਇਹ ਜਿਹੜੀ ਗੱਲ ਹੈਗੀ ਹੈ ਕਿ ਜਦੋਂ ਇੱਕ ਡੈਮੋਕ੍ਰੇਸੀ ਦੇ ਵਿੱਚ ਜਿਹਦਾ ਆਧਾਰ ਹੀ ਇਹ ਹੋਵੇ ਵੀ ਇੱਥੇ ਬੋਲਣ ਦੀ ਸੁਤੰਤਰਤਾ ਹੈ, ਇੱਥੇ ਜੀਣ ਦੀ ਸੁਤੰਤਰਤਾ ਹੈ, ਉਦੋਂ ਜਦੋਂ ਇਸ ਕਿਸਮ ਦੇ ਮਾਮਲੇ ਉੱਠਦੇ ਆ ਤਾਂ ਉਹ ਫਿਰ ਐਸਾ ਦੁਨੀਆ 'ਚ ਪ੍ਰਭਾਵ ਤੇ ਜਾਂਦਾ ਹੈ। ਅੱਜ ਅਗਰ ਕਿਸਾਨ ਠੀਕ ਹੈ ਜਾਂ ਗਲਤ ਹੈ, ਸਰਕਾਰ ਠੀਕ ਹੈ ਜਾਂ ਗਲਤ ਹੈ, ਪਰ ਓਵਰਆਲ ਇੱਕ ਪ੍ਰਭਾਵ ਜਾ ਰਿਹਾ ਕਿ ਸਰਕਾਰ ਬੇਸ਼ੱਕ ਕਹਿੰਦੀ ਹੋਵੇਗੀ ਅਸੀਂ ਇਹਨਾਂ ਦੇ ਅੰਦੋਲਨ ਦਾ ਅਧਿਕਾਰ ਦਿੱਤਾ ਹੋਇਆ, 1 ਸਾਲ ਤੋਂ ਬੈਠੇ ਹੋਏ ਆ, ਪਰ ਦੂਸਰੇ ਪਾਸੇ ਅਗਰ ਇਹ ਵੀ ਦੇਖਿਆ ਜਾਵੇ ਤਾਂ ਦੁਨੀਆ ਇਹ ਕਹਿੰਦੀ ਹੋਏਗੀ ਜ਼ਰੂਰ ਕਿ ਕਿਸਾਨਾਂ ਦੀ ਗੱਲ ਸਰਕਾਰ ਸੁਣਨ ਦੀ ਤਿਆਰ ਹੀ ਨਹੀਂ, ਕਿਉਂਕਿ ਸਰਕਾਰ ਕਹਿ ਰਹੀ ਅਸੀਂ ਤੁਹਾਡਾ ਭਲਾ ਕਰ ਰਹੇ। ਜਦੋਂ ਪਬਲਿਕ ਕਹਿੰਦੀ ਕਿ ਇਹ ਸਾਡੇ ਭਲੇ 'ਚ ਨਹੀਂ ਹੈ ਤਾਂ ਸਰਕਾਰ ਨੂੰ ਕੁਝ ਦੇਰ ਲਈ ਉਹ ਚਲੇ ਜਾਣਾ ਚਾਹੀਦਾ। ਸੋ ਜਿਹੜੀ ਤੁਸੀਂ ਗੱਲ ਕੀਤੀ ਕਿ ਕੀ ਇਹਦੇ ਨਾਲ ਇਮੇਜ ਡੈਮੇਜ ਹੋਈ ਹੈ, ਮੈਂ ਇਹਨੂੰ ਕਹੂੰਗਾ ਕਿ ਆਫੀਸ਼ੀਅਲੀ ਕੋਈ ਰਿਐਕਸ਼ਨਸ ਨਹੀਂ ਆਏ ਐਸੇ ਇੰਡੀਆ ਦੀ ਡੈਮੋਕ੍ਰੇਸੀ ਦੇ ਉੱਤੇ, ਪਰ ਓਵਰਆਲ ਜਿੱਦਾਂ ਇੱਕ ਜਨਰਲ ਇੰਪੈਕਟ ਦੀ ਜਿਹੜੀ ਗੱਲ ਹੁੰਦੀ ਹੈ ਉਹਦੇ ਤੇ ਲੋਕ ਜਦੋਂ ਸਾਡੀ ਕਿਸੇ ਚੰਗੀ ਚੀਜ਼ ਦੀ ਗੱਲ ਕਰਦੇ ਆ ਕਿ ਭਾਰਤ ਦੇ ਵਿੱਚ ਹੁਣ ਜਦੋਂ ਪਿੱਛੇ ਤੋਂ 7.5 ਸਾਲ ਤੋਂ ਜਿਹੜੀ ਸਰਕਾਰ ਆਈ ਹੈ, ਇਹਦੇ ਇੰਟਰਨੈਸ਼ਨਲ ਰਿਲੇਸ਼ਨਸ ਬੜੇ ਵਧੀਆ ਬਣਾ ਰਹੇ ਆ, ਇਹ ਵਿਕਾਸ ਕਰ ਰਹੇ ਆ, ਤੇ ਫਿਰ ਜਦੋਂ ਇਦਾਂ ਦੀ ਗੱਲ ਆਉਂਦੀ ਹੈ ਤਾਂ ਫਿਰ ਨੈਚੁਰਲੀ ਇਮੇਜ ਤਾਂ ਡੈਮੇਜ ਹੋਏਗੀ। ਜੀ। ਇੱਕ ਹੋਰ ਚੀਜ਼ ਅਗਰ ਮੈਂ ਇੰਟਰਨੈਸ਼ਨਲ ਸਾਈਟ ਤੋਂ ਪੁੱਛਾਂ ਤੁਹਾਡੇ ਤੋਂ, ਇਸ ਲਿਸਟ ਦੇ ਵਿੱਚ ਜੋ ਇੰਡੀਆ ਦੇ ਹੈਡ ਹੈਗੇ, ਇੰਡੀਆ ਦੇ ਵਿੱਚ ਕੰਮ ਕਰਦੇ ਹੈ, ਫਰਮ ਦੀ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ, ਜੋ ਮੈਂ ਕਹਾਂਗੀ ਦੁਨੀਆ ਦੀ ਸਭ ਤੋਂ ਵੱਡੀ ਨਾਨ ਪ੍ਰੋਫਿਟ ਚੈਰਿਟੀ ਬਿਲ ਗੇਟਸ ਦੀ ਸਟਾਰਟ ਕੀਤੀ ਹੋਈ ਫਾਊਂਡੇਸ਼ਨ ਹੈਗੀ, ਇੰਡੀਆ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਕੰਮ ਕਰਦੀ, ਉਹਨਾਂ ਦਾ ਵੀ ਨਾਂ ਸੀਗਾ। ਇਹਦੇ ਨਾਲ ਕਿਸ ਤਰ੍ਹਾਂ ਦਾ ਲੌਂਗ ਟਰਮ ਹਿਊਮੈਨਿਟੇਰੀਅਨ ਇੰਪੈਕਟ ਹੋ ਸਕਦਾ? ਬਿਕੋਜ਼ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਹਾ, ਜੋ ਤਾਂ ਤੁਹਾਡੀ ਆਪੋਜੀਸ਼ਨ ਹੈ ਉਹਨਾਂ ਦੇ ਤਾਂ ਤੁਸੀਂ ਨਜ਼ਰ ਨਿਗਰਾਨੀ ਰੱਖਣੀ ਹੈ, ਜੋ ਤੁਹਾਡੇ ਵਿਰੋਧ ਵਿੱਚ ਬੋਲਦੇ ਹੈ, ਭਾਵੇਂ ਉਹ ਪੱਤਰਕਾਰ ਹੋਣ, ਭਾਵੇਂ ਉਹ ਅਕਿਊਜ਼ਰਸ ਹੋਣ, ਕੋਈ ਵੀ ਕਹਿ ਲਓ, ਉਹਨਾਂ ਤੇ ਵੀ ਤੁਸੀਂ ਨਜ਼ਰ ਰੱਖੋਗੇ। ਬਟ ਨਾਨ ਪ੍ਰੋਫਿਟਸ ਉਹ ਵੀ ਇੰਨੇ ਵੱਡੇ ਲੈਵਲ ਤੇ ਜੋ ਕੰਮ ਕਰ ਰਹੇ ਹੈ, ਉਹਨਾਂ ਦੇ ਵੀ ਅਗਰ ਲੀਡਰਸ ਜਾਂ ਉਹਨਾਂ ਦੇ ਜੋ ਮੇਨ ਤੁਸੀਂ ਕਹਿ ਲਓ ਲੀਡਰਸ਼ਿਪ ਐਗਜ਼ੀਕਿਊਟਿਵ ਟੀਮ ਹੈਗੀ, ਉਹ ਵੀ ਸੇਫ ਨਹੀਂ ਹੈ, ਤੇ ਇਨ ਦ ਫਿਊਚਰ ਜੋ ਇੰਟਰਨੈਸ਼ਨਲ ਐਂਟੀਟੀਜ਼ ਇੰਡੀਆ ਦੇ ਵਿੱਚ ਆ ਕੇ ਕੋਈ ਨਾ ਕੋਈ ਕੰਮ ਕਰਨਾ ਚਾਹੁੰਦੀਆਂ, ਉਹਨਾਂ ਤੇ ਕਿਸ ਤਰ੍ਹਾਂ ਦੀ ਸਿਕਿਉਰਿਟੀ ਰੀਪਰਕਸ਼ਨਸ ਇਸ ਸਟੋਰੀ ਨੂੰ ਲੈ ਕੇ ਹੋਣਗੀਆਂ? ਤਾਂ ਮੈਂ ਫਿਰ ਉਹੀ ਗੱਲ ਕਹਿਣੀ ਚਾਹੂੰਗਾ ਕਿ ਹਲੇ ਇਹ ਬਿਲਕੁਲ ਸਪਸ਼ਟ ਨਹੀਂ ਹੈਗਾ ਕਿ ਇਹ ਸਰਕਾਰ ਨੇ ਕਰਾਇਆ, ਪਰ ਇੱਕੋ ਹੀ ਗੱਲ ਜਿਹੜੀ ਸਰਕਾਰ ਨੂੰ ਇਸ ਦਾਇਰੇ 'ਚ ਲਿਆਂਦੀ ਹੈ ਕਿ ਵੇਚਣ ਵਾਲੀ ਕੰਪਨੀ ਕਹਿੰਦੀ ਹੈ ਕਿ ਅਸੀਂ ਸਰਕਾਰ ਨੂੰ ਵੇਚਦੇ। ਕਿਸੇ ਵੀ ਮੁਲਕ ਦੀ ਸਰਕਾਰ ਦਾ ਇਹ ਅਧਿਕਾਰ ਹੈ ਔਰ ਉਹਦੀ ਡਿਊਟੀ ਹੈ ਕਿ ਉਹ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ, ਕੋਈ ਹੈਲਪ ਗਰੁੱਪ ਕੰਮ ਕਰ ਰਹੇ ਆ, ਜਾਂ ਆਪਣੀ ਉਹਦੀ ਫੌਜ ਦਾ ਕੋਈ ਸਿਸਟਮ ਹੈ, ਸਮਾਜ ਦੇ ਵਿੱਚ ਵੀ ਮਾੜੇ ਲੋਕ ਕਿਹੜੇ ਆ ਉਹਨਾਂ ਦੀ ਇੰਟੈਲੀਜੈਂਸ ਕਰਨੀ, ਉਹਨਾਂ ਦੀ ਡਿਟੈਕਟਿਵ ਸਿਸਟਮ ਦੇ ਜ਼ਰੀਏ ਜਾਣਕਾਰੀ ਹਾਸਲ ਕਰਨੀ ਸਰਕਾਰ ਦੀ ਡਿਊਟੀ ਵੀ ਹੈ ਤੇ ਅਧਿਕਾਰ ਵੀ ਹੈ। ਪਰ ਜਿਸ ਵੇਲੇ ਜਦੋਂ ਤੁਸੀਂ ਬਿਲ ਗੇਟਸ ਦੀ ਆਰਗੇਨਾਈਜੇਸ਼ਨ ਦਾ ਜ਼ਿਕਰ ਕੀਤਾ, ਉਹਨੇ ਏਡਸ ਲਈ ਬਹੁਤ ਸਾਰਾ ਜਿਹੜਾ ਹਿੰਦੁਸਤਾਨ 'ਚ ਕੰਮ ਕੀਤਾ, ਟਾਇਲਟਸ ਪਿੰਡਾਂ 'ਚ ਬਣਾਉਣ ਲਈ ਬਹੁਤ ਕੰਮ ਕੀਤਾ। ਨਿਸ਼ਚਿਤ ਤੌਰ ਤੇ ਜਦੋਂ ਐਸੀ ਜਿਹੜੀ ਇੱਕ ਆਰਗੇਨਾਈਜੇਸ਼ਨ ਜਿਹੜੀ ਤੁਹਾਡੇ ਮੁਲਕ ਦੇ ਭਲੇ ਲਈ ਆਈ ਹੈ, ਉਹਦਾ ਵੀ ਉਹਦੇ 'ਚ ਨਾਂ ਆਉਂਦਾ ਹੈ, ਤੇ ਜਿਹੜਾ ਸਵਾਲ ਤੁਸੀਂ ਚੁੱਕਿਆ, ਮੈਂ ਫਿਰ ਉਸੇ ਗੱਲ ਨੂੰ ਆਊਂਗਾ ਉੱਥੇ ਕਿ ਉਹ ਸਰਕਾਰ ਦੀ ਇਮੇਜ ਦੇ ਉੱਤੇ ਖਤਰਾ ਪੈਦਾ ਹੋ ਗਿਆ। ਇਸ ਕਰਕੇ ਸਰਕਾਰ ਦੀ ਇਸ ਕਰਕੇ ਵੀ ਡਿਊਟੀ ਬਣਦੀ ਹੈ ਕਿ ਜਿਹੜੇ ਇੰਟਰਨੈਸ਼ਨਲ ਜਿਹੜੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਹਿੰਦੁਸਤਾਨ ਨਾਲ ਚੰਗਾ ਸੋਚ ਰੱਖਦੀਆਂ, ਹਿੰਦੁਸਤਾਨ ਨੂੰ ਡਿਵੈਲਪ ਕਰਨ ਦੇ ਵਿੱਚ ਮਦਦ ਕਰਨੀਆਂ ਚਾਹੁੰਦੀਆਂ, ਉਹਨਾਂ ਦੇ ਦਿਮਾਗ 'ਚੋਂ ਇਹ ਗੱਲ ਕੱਢਣ ਲਈ ਕਿਤੇ ਨਾ ਕਿਤੇ ਤਾਂ ਸ਼ੰਕਾ ਉਹਨਾਂ ਦੇ ਦਿਮਾਗ 'ਚ ਹੋਏਗੀ ਵੀ ਅਸੀਂ ਇੱਥੇ ਸੇਵਾ ਕਰਨ ਆਏ ਹਾਂ ਤੇ ਸਾਡਾ ਵੀ ਉਹ ਹੈ। ਤਾਂ ਸਰਕਾਰ ਨੂੰ ਇਹ ਜ਼ਰੂਰ ਲੱਭ ਕੇ ਦੇਣਾ ਪਏਗਾ ਕਿ ਜੇ ਸਰਕਾਰ ਇਹ ਨਹੀਂ ਕਰਦੀ ਤੇ ਕੌਣ ਉਹਨਾਂ ਦੀ ਜਸੂਸੀ ਕਰ ਰਿਹਾ। ਇਹ ਸਰਕਾਰ ਦੀ ਡਿਊਟੀ ਬਣਦੀ ਹੈ ਔਰ ਇਹਦਾ ਇੰਪੈਕਟ ਪਏਗਾ। ਅਗਰ ਸਰਕਾਰ ਨਹੀਂ ਕਰੇਗੀ ਤਾਂ ਨਿਸ਼ਚਿਤ ਤੌਰ ਤੇ ਜਦੋਂ ਲੋਕ ਆਉਣਗੇ ਸੋਚ ਕੇ ਆਉਣਗੇ। ਜੀ ਰਾਕੇਸ਼ ਜੀ, ਇੱਥੇ ਸਾਡਾ ਸਮਾਂ ਸਾਨੂੰ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਬਟ ਮੈਂ ਜਾਣਦੇ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦੀ ਹਾਂ, ਸੋ ਵਾਟ ਕਮਸ ਨੈਕਸਟ? ਅਗਲੇ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਟੋਰੀ ਨੂੰ ਲੈ ਕੇ ਕੀ ਡਿਵੈਲਪਮੈਂਟਸ ਆਪਾਂ ਐਕਸਪੈਕਟ ਕਰ ਸਕਦੇ ਹਾਂ?
ਮੈਨੂੰ ਲੱਗਦਾ ਵੀ ਜਿਹੜਾ ਦੇਖੋ ਕਿਉਂਕਿ ਅਸੀਂ ਵੈਸੇ ਮੈਂ ਜਿੱਦਾਂ ਸ਼ੁਰੂ ਗੱਲ ਕੀਤੀ ਕਿ ਬਹੁਤ ਸਾਰੇ ਮੁਲਕ ਹੋਰ ਵੀ ਨੇ, ਪਰ ਭਾਰਤ ਦੇ ਵਿੱਚ ਇੱਕ ਜਿਹੜਾ ਹੈ ਭਾਰਤ ਦਾ ਇਤਿਹਾਸ ਇਹ ਹੈ ਕਿ ਜਦੋਂ ਕੋਈ ਵੀ ਗੱਲ ਇਸ ਕਿਸਮ ਦੀ ਜਿਹੜੀ ਹੈ ਦੇਸ਼ ਦੇ ਮੁਲਕ ਦਾ ਜਿਹੜਾ ਲੋਕਤੰਤਰ ਜਦੋਂ ਖਤਰੇ 'ਚ ਹੁੰਦਾ, ਮੈਂ ਜ਼ਿਕਰ ਕੀਤਾ ਸੀ 1975 ਦਾ ਕਿ ਜਦੋਂ ਐਮਰਜੈਂਸੀ ਲੱਗ ਗਈ ਸੀ ਤਾਂ ਉਦੋਂ ਸਾਰਾ ਮੁਲਕ ਖੜਾ ਹੋ ਗਿਆ ਸੀ। ਤਾਂ ਹੁਣ ਵੀ ਮੈਨੂੰ ਲੱਗਦਾ ਕਿ ਜੇ ਸਰਕਾਰ ਨੇ ਪੋਜ਼ਿਟਿਵ ਵੇ ਦੇ ਵਿੱਚ ਇਹਦਾ ਹੱਲ ਨਾ ਕੱਢਿਆ, ਸਾਂਝੇ ਤੌਰ ਦੇ ਉੱਤੇ ਪਾਰਲੀਮੈਂਟ 'ਚ ਗੱਲ ਨਾ ਕੀਤੀ, ਤੇ ਮੈਨੂੰ ਲੱਗਦਾ ਵੀ ਇਹ ਗੱਲ ਜਿੱਦਾਂ ਅੱਜ ਖੁੱਲ ਕੇ ਮੀਡੀਆ ਨੇ ਜਿਸ ਤਰ੍ਹਾਂ ਨੂੰ ਛਾਪਿਆ, ਮੀਡੀਆ ਵੀ ਆਪਣੀ ਇਮੇਜ ਬਚਾਉਣ ਲਈ ਜਿਹੜਾ ਹੈ ਇਸ ਸਟੋਰੀ ਨੂੰ ਛੱਡੇਗਾ ਨਹੀਂ ਔਰ ਲਗਾਤਾਰ ਅੱਗੇ ਵਧੇਗਾ। ਇਸ ਕਰਕੇ ਮੈਨੂੰ ਲੱਗਦਾ ਵੀ ਸਰਕਾਰ ਵੀ ਇਸ ਪਾਸੇ ਜਾਏਗੀ ਕਿ ਕੋਈ ਨਾ ਕੋਈ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਉਹ ਬਣੇ। ਮੈਨੂੰ ਇਹਦੀ ਆਸ ਹੈਗੀ ਹੈ ਕਿ ਐਸਾ ਹੋਏਗਾ। ਲੈਟਸ ਹੋਪ ਸੋ। ਸਾਨੂੰ ਵੀ ਇਹੀ ਆਸ ਹੈਗੀ ਤੇ ਜ਼ਰੂਰ ਇਸ ਸਟੋਰੀ ਨੂੰ ਫੋਲੋ ਅਪ ਕਰਦੇ ਰਵਾਂਗੇ। ਰਾਕੇਸ਼ ਸ਼ਾਂਤੀਦੂਤ ਜੀ, ਜਰਨਲਿਸਟ ਫਰਮ ਇੰਡੀਆ, ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਜੁੜੇ ਤੇ ਕਲੈਰਿਟੀ, ਸਾਨੂੰ ਹੋਰ ਐਕਸਪਲੇਨੇਸ਼ਨ, ਹੋਰ ਥੋੜੀ ਜੀ ਤੁਸੀਂ ਸਮਝ ਦਿੱਤੀ ਕਿ ਇਸ ਸਟੋਰੀ ਨੂੰ ਲੈ ਕੇ ਇੰਡੀਆ ਵਿੱਚ ਕੀ ਕੁਝ ਵਾਪਰ ਰਿਹਾ ਹੈ ਤੇ ਖਾਸ ਕਰਕੇ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਦਾ ਰਿਐਕਸ਼ਨ ਸਾਨੂੰ ਐਕਸਪੈਕਟ ਕਰਨਾ ਚਾਹੀਦਾ। ਲੈਟਸ ਸੀ ਕਿ ਕਿਸ ਤਰ੍ਹਾਂ ਦਾ ਰਿਐਕਸ਼ਨ ਆਉਂਦਾ ਉਹਨਾਂ ਤੋਂ। ਹੈਵ ਅ ਗੁੱਡ ਰੈਸਟ ਆਫ ਈਵਨਿੰਗ ਸਰ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਇਸ ਮੁੱਦੇ ਨੂੰ ਲੈ ਕੇ ਤੁਹਾਡੇ ਕੋਲ ਸਾਡੇ ਲਈ ਕੋਈ ਕੁਐਸਚਨਸ, ਕਮੈਂਟਸ, ਕੰਸਰਨ ਸਾਡੇ ਗੈਸਟ ਲਈ ਜਾਂ ਇਨ ਜਨਰਲ ਆਪ ਦੀ ਅਗਰ ਤੁਸੀਂ ਸਿਕਿਉਰਿਟੀ ਨੂੰ ਲੈ ਕੇ ਕੋਈ ਕੁਐਸਚਨ ਰੱਖਣਾ ਚਾਹੁੰਦੇ ਹੋ, ਬਿਕੋਜ਼ ਆਫ ਕੋਰਸ ਇਹ ਪੈਗਾਸਸ ਸੌਫਟਵੇਅਰ ਤਾਂ ਇੱਕ ਐਗਜ਼ਾਮਪਲ ਹੈਗਾ ਕਿ ਕਿਸ ਤਰ੍ਹਾਂ ਤੁਹਾਡਾ ਫੋਨ ਤੁਹਾਨੂੰ ਪੂਰੀ ਦੁਨੀਆ ਤੱਕ ਖੋਲ ਦਿੰਦਾ ਹੈ ਇੱਕ ਵਲਨਰੇਬਲ ਤਰੀਕੇ ਦੇ ਵਿੱਚ ਕਿ ਤੁਸੀਂ ਹੈਕ ਹੋ ਸਕਦੇ ਹੋ, ਤੁਹਾਡੀ ਸਿਕਿਉਰਿਟੀ ਕੰਪਰੋਮਾਈਜ਼ ਹੋ ਸਕਦੀ ਹੈ, ਤੁਹਾਡਾ ਫੋਨ ਤੁਹਾਡੇ ਆਪ ਦੇ ਖਿਲਾਫ ਯੂਜ਼ ਹੋ ਸਕਦਾ ਹੈ। ਇਹਦੇ ਬਾਰੇ ਅਗਰ ਤੁਸੀਂ ਸਾਡੇ ਲਈ ਕੋਈ ਸਵਾਲ ਰੱਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com। ਆਸ਼ਮਿਤਾ@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।